है जी, इसे गल दा ही तां रिजल्ट अज कि अज लोग सानू प्यार करते हैं, अज सानू आवाज़ मारते हैं कि तुसीं आओ साडे कोले विचरो, असीं तुहानू चाहुंदे हां, तुहानू असीं मौका देना। मतलब उन्होंने नहीं चाहते ਜਿਹੜੇ मौजूदा विधायक आ ਜਾਂ ਉਹਨਾਂ ਦੀ ਜੋ ਕਾਰਜਕਾਲ ਉਹਨਾਂ ਨੇ ਨਿਭਾਇਆ ਆਪਦਾ 4.5 ਸਾਲ ਦਾ, ਇਹਦਾ ਮਤਲਬ ਲੋਕ ਉਹਨਾਂ ਨੂੰ ਹੁਣ ਪਸੰਦ ਨਹੀਂ ਕਰਦੇ, ਇਹੀ ਕਹਿਣਾ ਤੁਹਾਡਾ? ਦੇਖੋ ਫਿਰੋਜ਼ਪੁਰ ਦਿਹਾਤੀ ਦਾ ਕਿੰਨਾ ਕੁ ਵਿਕਾਸ ਹੋਇਆ ਤੁਹਾਡੀ ਸਰਕਾਰ 'ਚ ਮੌਜੂਦਾ 'ਚ? ਇਹ ਤਾਂ ਲੋਕ ਜਾਣਦੇ ਨੇ ਜਾਂ ਤੁਸੀਂ ਜਾਣਦੇ ਹੋ। ਇਹਦਾ ਮਤਲਬ ਸਾਨੂੰ ਪਤਾ ਜਾਂ ਲੋਕਾਂ ਨੂੰ ਪਤਾ, ਤੁਹਾਨੂੰ ਨਹੀਂ ਪਤਾ ਵਿਕਾਸ ਕਿੰਨਾ ਹੋਇਆ? ਮੈਂ ਕਿਹਾ ਜਿੰਨੀ ਦੇਰ ਤੱਕ ਅੱਗ ਨਹੀਂ ਬਲਦੀ ਨਾ ਧੂੰਆਂ ਬਾਹਰ ਕਦੇ ਨਹੀਂ ਆਉਂਦਾ। ਹਰ ਰੋਜ਼ ਸੋਸ਼ਲ ਮੀਡੀਆ ਤੇ ਕੁਛ ਨਾ ਕੁਛ ਦਿਖਾਈ ਦਿੰਦਾ ਹੈ ਤੇ ਖਾਸ ਕਰਕੇ ਤੁਸੀਂ ਬੜੀ ਖਾਸ ਨਬਜ਼ ਫੜਦੇ ਹੋ ਵਰਕਰਾਂ ਦੀ, ਜਾ ਕੇ ਜਿੱਥੇ ਕਿਤੇ ਨਾ ਕਿਤੇ ਜਾ ਕੇ ਜਿਹੜੇ ਸਾਡੇ ਟਕਸਾਲੀ ਵਰਕਰਾਂ ਦੇ ਨਾਲ ਕੋਈ ਹੁਣ ਤਾਈ ਕੋਈ ਧੱਕਾਸ਼ਾਹੀ ਹੋਈ ਹੈ ਜਾਂ ਕਿਤੇ ਨਾ ਕਿਤੇ ਉਹਨਾਂ ਦੀ ਅਣਦੇਖੀ ਹੋਈ ਹੈ। ਨਹੀਂ ਵੈਸੇ ਹੋਈ ਆ, ਜਿਹੜੇ ਟਕਸਾਲੀ ਕਾਂਗਰਸ ਉਹਨਾਂ ਨਾਲ ਧੱਕਾ ਹੋਇਆ। ਸੁਖ ਜੀ ਮੈਂ ਮੰਨਦਾ, ਤੁਹਾਡੇ ਤੋਂ ਪਹਿਲਾਂ ਮੈਂ ਇਹ ਗੱਲ ਕਬੂਲੀ ਹੈ ਕਿ ਸਾਡੇ ਜਿਹੜੇ ਟਕਸਾਲੀ ਵਰਕਰ ਨੇ ਉਹਨਾਂ ਦੀ ਅਣਦੇਖੀ ਬਹੁਤ ਵੱਡੇ ਲੈਵਲ ਤੇ ਹੋਈ ਹੈ ਔਰ ਤੁਸੀਂ ਉਹ ਕੱਢ ਕੇ ਬਾਹਰ ਵੀ ਲੈ ਕੇ ਆਂਦੀ ਹੈ। ਤੁਸੀਂ ਆਪਣਾ ਰੋਲ ਬੜਾ ਅੱਛਾ ਬਾਖੂਬੀ ਨਿਭਾਇਆ। ਕੀ ਲੱਗਦਾ ਜਿਹੜਾ ਚਿਹਰਾ ਹੈ, ਜਿਹੜੇ ਟਕਸਾਲੀ ਕਾਂਗਰਸੀ ਆ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਆ, ਉਹਨਾਂ ਨੂੰ ਇੱਕ ਚੰਗੇ ਚਿਹਰੇ ਦੀ ਜ਼ਰੂਰਤ ਆ, ਪਰ ਜਦੋਂ ਵੀ ਕੋਈ ਆਉਂਦਾ ਉਹਨਾਂ ਨੂੰ ਲੱਗਦਾ ਸ਼ਾਇਦ ਇਹ ਸਾਡੇ ਲਈ ਚੰਗਾ ਚਿਹਰਾ ਹੋਊਗਾ, ਲੇਕਿਨ ਬਾਅਦ 'ਚ ਜਦੋਂ ਸਰਕਾਰ ਬਣ ਜਾਂਦੀ ਆ, ਵਿਧਾਇਕ ਬਣ ਜਾਂਦੇ ਆ, ਉਸ ਤੋਂ ਬਾਅਦ ਉਹਨਾਂ ਹੀ ਚਿਹਰਿਆਂ ਨੂੰ ਇਗਨੋਰ ਕੀਤਾ ਜਾਂਦਾ, ਉਹਨਾਂ ਦੇ ਨਾਲ ਧੱਕਾ ਕੀਤਾ ਜਾਂਦਾ ਤੇ ਐਂਟੀ ਪਾਰਟੀਆਂ ਦੇ ਜਿਹੜੇ ਬੰਦੇ ਉਹਨਾਂ ਨੂੰ ਕਲੋਜ਼ ਕੀਤਾ ਜਾਂਦਾ। ਜਦੋਂ ਕੋਈ ਨੁਮਾਇੰਦਾ ਇਹੋ ਜੀ ਗੱਲ ਕਰਦਾ ਨਾ ਜੀ, ਤੇ ਫਿਰ ਉਹਦੇ ਕੋਲੇ ਉਹ 5 ਸਾਲ ਉਹਦੇ ਆਖਰੀ ਸਾਲ ਹੋ ਜਾਂਦੇ ਨੇ, ਕਿਉਂਕਿ ਲੋਕਾਂ ਦੇ ਹੱਥ ਲੋਕਤੰਤਰ ਨੇ ਇੱਕ ਤਾਕਤ ਦਿੱਤੀ ਹੈ ਕਿ ਜੇ ਕਿਤੇ ਕੋਈ ਗਲਤ ਨੁਮਾਇੰਦਾ ਚੁਣਿਆ ਗਿਆ ਤਾਂ ਉਹਨੂੰ ਅਗਲੇ 5 ਸਾਲਾਂ ਬਾਅਦ ਉਹ ਚੇਂਜ ਕਰ ਸਕਦੇ ਨੇ। ਤੁਹਾਡੀ ਪਾਰਟੀ ਦਾ ਨੁਮਾਇੰਦਾ, ਤੁਹਾਡੀ ਸਰਕਾਰ ਦਾ ਫਿਰੋਜ਼ਪੁਰ ਦਿਹਾਤੀ ਤੋਂ, ਕੀ ਵਾਕਿਆ ਹੀ ਉਹਨੂੰ ਬਦਲਣ ਦੀ ਜ਼ਰੂਰਤ ਹੈ? ਲੋਕ ਚਾਹੁੰਦੇ ਆ ਕੰਮ ਉਹਦੇ 'ਚ ਲਗਭਗ ਨਹੀਂ 101% ਤੈਅ ਹੈ ਕਿ ਫਿਰੋਜ਼ਪੁਰ ਦਿਹਾਤੀ ਹਲਕੇ ਤੋਂ ਇੱਕ ਨਵਾਂ ਚਿਹਰਾ ਲਿਆਂਦਾ ਜਾਏਗਾ ਔਰ ਇੱਕ ਇਮਾਨਦਾਰ ਚਿਹਰਾ ਲਿਆਉਂਦੇ ਲਈ ਪਾਰਟੀ ਜਿਹੜੀ ਉਹ ਦੇਖ ਰਹੀ ਹੈ। ਕੀ ਸਬੂਤ ਆ ਕਿ ਇਮਾਨਦਾਰ ਚਿਹਰਾ ਸਰਕਾਰ ਨੂੰ ਮਿਲ ਪਾਊਗਾ? ਕੀ ਸਬੂਤ ਆ? ਤੁਸੀਂ ਅੱਜ ਕਹਿ ਰਹੇ ਹੋ ਕਿ ਅਸੀਂ ਇਮਾਨਦਾਰੀ ਦੇ ਨਾਲ ਕੰਮ ਕਰਾਂਗੇ, ਕੱਲ ਨੂੰ ਕੁਰਸੀ ਆਉਣ ਤੋਂ ਬਾਅਦ ਕੀ ਪਤਾ ਤੁਸੀਂ ਵੀ ਉਸੇ ਤਰੀਕੇ ਨਾਲ ਹੀ ਕੰਮ ਕਰਨਾ ਸ਼ੁਰੂ ਕਰ ਦਿਓ ਜਿਵੇਂ ਲਾਸਟ ਟਾਈਮ ਹੋਇਆ ਹੈਗਾ। ਇਹ ਨਾ ਹੋਵੇ ਕੈਪਟਨ ਅਮਰਿੰਦਰ ਸਿੰਘ ਵਾਂਗੂ ਗੁਟਕਾ ਹੱਥ 'ਚ ਫੜ ਕੇ ਸਹੁੰ ਖਾ ਲਈ, ਲੋਕਾਂ ਦਾ ਵਿਸ਼ਵਾਸ ਜਿੱਤ ਲਿਆ, ਜਾਣੀ ਕਿ ਵਿਸ਼ਵਾਸਘਾਤ ਕਰਤਾ, ਬਾਅਦ 'ਚ ਹੱਥ 'ਚ ਗੁਟਕਾ ਫੜ ਕੇ ਸਹੁੰ ਖਾ ਲਈ, ਮੈਂ ਇਹ ਵੀ ਕਰ ਦੂੰ ਉਹ ਵੀ ਕਰ ਦੂੰ। ਲੋਕਾਂ ਨੇ ਕਿਹਾ ਚੱਲ ਕੋਈ ਗੱਲ ਨਹੀਂ, ਇਹਨੂੰ ਵੋਟਾਂ ਪਾ ਦਿਓ, ਸ਼ਾਇਦ ਪੰਜਾਬ ਦਾ ਕਿਤੇ ਨਾ ਕਿਤੇ ਫਾਇਦਾ ਹੋ ਸਕਦਾ, ਲੇਕਿਨ ਉਹ ਤਾਂ ਸੀਤਾਫਲ ਤੇ ਚੀਕੂ ਫਲ ਦੇ ਵਿੱਚ ਹੀ ਫਸਿਆ ਪਿਛਲੇ ਲੰਬੇ ਸਮੇਂ ਤੋਂ। ਕੀ ਲੱਗਦਾ ਇਹ ਧੋਖੇ ਨਹੀਂ ਹੋ ਰਹੇ ਲੋਕਾਂ ਨਾਲ? ਤੁਹਾਡੀ ਸਰਕਾਰ ਹੀ ਕਰ ਰਹੀ ਹੈ। ਜਿੰਨੇ ਕੰਮ ਕੈਪਟਨ ਅਮਰਿੰਦਰ ਸਿੰਘ ਜੀ ਨੇ ਪੰਜਾਬ ਵਾਸਤੇ ਕੀਤੇ, ਉਹ ਕੰਮ ਅੱਜ ਤੱਕ ਕੋਈ ਹੋਰ ਚੀਫ ਮਿਨਿਸਟਰ ਸਾਬਤ ਨਹੀਂ ਹੋ ਸਕਿਆ। ਹਾਂ ਬਿਲਕੁਲ ਬਿਲਕੁਲ, ਅਸੀਂ ਕਹਾਂਗੇ ਕੰਮ ਕੀਤੇ ਆ। ਲੋਕ ਜਿੰਨੇ ਟੀਚਰ ਆ ਸਾਰੇ ਸੜਕਾਂ ਤੇ ਬੈਠੇ ਆ, ਮੋਤੀ ਮਹਿਲ ਉਹਨਾਂ ਨੇ ਘੇਰਿਆ, ਉਸ ਤੋਂ ਬਾਅਦ ਜਿਹੜਾ ਮਰਜ਼ੀ ਡਿਪਾਰਟਮੈਂਟ ਤੁਸੀਂ ਵੇਖ ਸਕਦੇ ਹੋ ਉਹਦੇ ਹੀ ਮੁਲਾਜ਼ਮ ਸੜਕਾਂ ਦੇ ਉੱਪਰ ਉਤਰੇ ਹੋਏ ਆ ਤੇ ਡਾਂਗਾਂ ਨਾਲ ਕੁੱਟ-ਕੁੱਟ ਕੇ ਉਹਨਾਂ ਦਾ ਜਿਹੜਾ ਜਲੂਸ ਕੱਢਿਆ ਜਾ ਰਿਹਾ ਲੰਮੇ ਸਮੇਂ ਤੋਂ। ਕੈਪਟਨ ਨੇ ਕੰਮ ਕੀਤੇ ਆ, ਕਿ ਇਹੀ ਕੰਮ ਤੁਸੀਂ ਦੱਸਣ ਲੱਗੇ ਸੀ? ਯਾਨੀ ਕਿ ਵੋਟਾਂ ਦੇ ਲਾਗੇ ਹੀ ਖਤਮ ਹੋਣਾ ਹੁੰਦਾ ਤੇ ਜਦੋਂ ਵੋਟਾਂ ਪੈ ਜਾਂਦੀਆਂ, ਕੁਰਸੀਆਂ ਆ ਜਾਂਦੀਆਂ, ਉਸ ਤੋਂ ਬਾਅਦ ਉਹ ਸਿਸਟਮ ਫਿਰ ਉਵੇਂ ਚੱਲਣ ਲੱਗ ਜਾਂਦਾ। ਸੁਖ ਜੀ, ਹਰ ਗੱਲ ਨੂੰ ਕੰਮ ਕਰਨ ਨੂੰ ਇੱਕ ਸਿਸਟਮ ਹੁੰਦਾ, ਇੱਕ ਸਮਾਂ ਲੱਗਦਾ ਹੈ ਔਰ ਉਸ ਸਮੇਂ ਦੇ ਵਿੱਚ ਜਿਹੜੇ ਪ੍ਰੋਮਿਸ ਕੀਤੇ ਹੁੰਦੇ ਨੇ ਉਹ 5 ਸਾਲ 'ਚ ਪੂਰੇ ਕਰਨੇ ਹੁੰਦੇ ਨੇ ਔਰ ਜਦੋਂ 5 ਸਾਲ ਪੂਰੇ ਹੋਣਗੇ ਅਸੀਂ ਦੁਬਾਰਾ ਤੁਹਾਡੇ ਕੋਲੇ ਵੋਟਾਂ ਲੈਣ ਆਵਾਂਗੇ ਤਾਂ ਉਹ ਚੀਜ਼ਾਂ ਅਸੀਂ ਪੂਰੀਆਂ ਕਰਕੇ ਹੀ ਆਵਾਂਗੇ। ਕੀ ਤੁਸੀਂ ਵਿਸ਼ਵਾਸ ਦਿਵਾਉਂਦੇ ਹੋ ਉਹਨਾਂ ਲੋਕਾਂ ਨੂੰ ਜਿਨ੍ਹਾਂ ਤੋਂ ਤੁਸੀਂ ਵੋਟਾਂ ਮੰਗ ਰਹੇ ਹੋ ਕਿ ਵਾਕਈ ਉਹਨਾਂ ਦੇ ਨਾਲ ਤੁਹਾਡੀ ਸਰਕਾਰ ਜੇ ਬਣਦੀ ਆ ਤਾਂ ਉਹਨਾਂ ਦੇ ਨਾਲ ਇਨਸਾਫ ਕਰੇਗੀ, ਧੱਕਾ ਨਹੀਂ ਹੋਏਗਾ? ਕਿ ਜੇ ਮੌਕਾ ਮੈਨੂੰ ਪਰਮਾਤਮਾ ਨੇ ਜਿਹੜਾ ਮੌਕਾ 2022 'ਚ ਦੇਣਾ ਤੁਹਾਡੀ ਕਿਰਪਾ ਦੇ ਨਾਲ, ਉਹ ਮੌਕਾ ਮਿਲ ਗਿਆ। ਪਹਿਲਾ ਪ੍ਰੋਮਿਸ ਤਾਂ ਇਹ ਹੈ ਕਿ ਇਸ ਹਲਕੇ ਦੇ ਵਿੱਚ ਮੈਂ ਨਸ਼ੇ ਨਾਂ ਦੀ ਕੋਈ ਚੀਜ਼ ਨਹੀਂ ਦਿਆਂਗਾ, ਉਸ ਨੂੰ ਮੈਂ ਖਤਮ ਕਰਾਂਗਾ ਹੀ ਕਰਾਂਗਾ। ਤੇ ਨਸ਼ੇ ਤੋਂ ਬਿਨਾਂ ਤਾਂ ਸਰਕਾਰਾਂ ਹੀ ਨਹੀਂ ਚੱਲਦੀਆਂ ਹੈਗੀਆਂ। ਠੇਕੇ ਦੀ ਗੱਲ ਕਰੀਏ, ਠੇਕੇ ਖੁੱਲ੍ਹੇ ਹੋਏ ਆ, ਸਕੂਲ ਬੰਦ ਆ, ਕਿਤੇ ਨਾ ਕਿਤੇ ਉਹਨਾਂ ਤੋਂ ਵੱਡਾ ਜਿਹੜਾ ਕੁਛ ਨਸ਼ੇ ਲੀਗਲਾਈਜ਼ ਨੇ, ਜਿਵੇਂ ਤੁਸੀਂ ਦਾਰੂ ਦੀ ਗੱਲ ਕੀਤੀ ਹੈ, ਉਹਨੂੰ ਅਸੀਂ ਬਿਲਕੁਲ ਬੰਦ ਨਹੀਂ ਕਰ ਸਕਦੇ। ਨਸ਼ਾ ਅਗਰ ਖਤਮ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਆ, ਚਾਹੇ ਕੋਈ ਵੀ ਪਾਰਟੀ ਆਉਂਦੀ ਆ, ਜਵਾਨੀ ਨੂੰ ਬਿਲਕੁਲ ਖਤਮ ਕਰ ਦਿੱਤਾ ਗਿਆ ਨਸ਼ੇ ਦੁਆਰਾ। ਪਰਮਾਤਮਾ ਨੇ ਮੈਨੂੰ ਮੌਕਾ ਦਿੱਤਾ ਐਮਐਲਏ ਬਣਨ ਦਾ ਤੇ ਮੈਂ ਕਦੇ ਵੀ ਫਿਰੋਜ਼ਪੁਰ ਦਿਹਾਤੀ ਹਲਕੇ ਦੇ ਲੋਕਾਂ ਨੂੰ ਕੰਮ ਵਾਸਤੇ ਚੰਡੀਗੜ੍ਹ ਨਹੀਂ ਆਉਣ ਦੀ ਤਕਲੀਫ ਦਿਆਂਗਾ, ਬਲਕਿ ਇੱਥੇ ਬੈਠ ਕੇ ਲੋਕਾਂ ਦੇ ਵਿੱਚ ਬੈਠ ਕੇ ਲੋਕਾਂ ਦੇ ਕੰਮ ਕਰਾਂਗਾ। ਤੇ ਤੁਹਾਡੀ ਹੀ ਪਾਰਟੀ ਦੀ ਮੌਜੂਦਾ ਵਿਧਾਇਕਾ ਜਿਹੜੇ ਪਿਛਲੇ 4.5 ਸਾਲਾਂ ਤੋਂ ਚੰਡੀਗੜ੍ਹ ਹੀ ਬੈਠੀ ਆ, ਇਹ ਗੱਲ ਸੁਣਦੇ ਆ, ਇਹਦਾ ਮਤਲਬ ਲੱਗਦਾ ਕਿ ਪਹਿਲਾਂ ਵਾਲੇ ਜਿਹੜੀ ਵਿਧਾਇਕਾ ਉਹ ਵਾਕਿਆ ਹੀ ਲੰਬੇ ਸਮੇਂ ਤੋਂ ਉੱਥੇ ਬੈਠੀ ਹੈ ਤੇ ਜਿਹੜੇ ਲੋਕ ਆ ਉਹ ਇੱਥੇ ਕੰਮ ਦੇ ਲਈ ਤੜਫ ਰਹੇ ਆ। ਦੇਖੋ ਇਹ ਗੱਲ ਤਾਂ ਵੱਡੇ ਲੈਵਲ ਤੇ ਉੱਭਰ ਕੇ ਆਈ ਹੈ ਵੀ ਉਹਨੇ 4.5 ਸਾਲ ਜਾ ਕੇ ਲੋਕਾਂ ਦਾ ਥੈਂਕਸ ਵੀ ਨਹੀਂ ਕੀਤਾ, ਜਿਨ੍ਹਾਂ ਲੋਕਾਂ ਨੇ ਏਡੀਆਂ ਵੱਡੀਆਂ ਵੋਟਾਂ ਨਾਲ ਜਿਤਾਇਆ। ਘੱਟੋ ਘੱਟ ਉਹਨਾਂ ਦਾ ਥੈਂਕਸ ਕਰਨਾ ਤਾਂ ਬਣਦਾ ਸੀ ਨਾ।
ਲੋਕਾਂ ਨੇ ਲੱਡੂਆਂ ਨਾਲ ਤੋਲਿਆ ਸੀ। ਗਰੀਬ ਜਨਤਾ, ਅਸੀਂ ਖੁਦ ਦੇਖਦੇ ਸੀ, ਸਾਡੇ ਕੈਮਰਿਆਂ ਦੇ ਉੱਪਰ ਅਸੀਂ ਉਹਨਾਂ ਦੀਆਂ ਖਬਰਾਂ ਕੀਤੀਆਂ। ਉਦੋਂ ਲੋਕਾਂ ਨੇ ਲੱਡੂਆਂ ਦੇ ਨਾਲ ਇਹਨਾਂ ਨੂੰ ਤੋਲਿਆ ਸੀ ਤੇ ਇਹਨਾਂ ਦੇ ਗਲਾਂ 'ਚ ਹਾਰ ਪਾਏ ਸੀ। ਘਰ ਘਰ ਆ ਕੇ ਗਰੀਬ ਜਨਤਾ ਇੰਨੀ ਕੁ ਖੁਸ਼ ਸੀਗੀ ਕਿ ਵਾਕਿਆ ਹੀ ਸਾਡੇ ਭਾਈਚਾਰੇ ਤੋਂ ਸਾਨੂੰ ਇੱਕ MLA ਮਿਲੇਗੀ ਵੀ ਜਿਹਦੇ ਨਾਲ ਵਿਕਾਸ ਵਾਕਿਆ ਹੋਏਗਾ। ਲੇਕਿਨ ਇਹਨਾਂ ਨੇ ਤਾਂ ਬਾਤ ਨਹੀਂ ਪੁੱਛੀ, ਉਹਨਾਂ ਦੇ ਪਰਚੇ ਕਰਾਉਣੇ ਸ਼ੁਰੂ ਕਰਤੇ। ਲੋਕਾਂ ਨੇ ਆਪਣੀ ਸੇਵਾਦਾਰ ਚੁਣਿਆ, ਇਹ ਨਹੀਂ ਕਿ ਸਾਡੇ ਉੱਤੇ ਕੋਈ ਆਣ ਕੇ ਤੇ ਡਿਕਟੇਟਰ ਬੈਠ ਜਾਵੇ ਤੇ ਜਿਹੜਾ ਆਪਣੀ ਮਰਜ਼ੀ ਨਾਲ ਸਾਨੂੰ ਚਲਾਉਣ ਦੀ ਕੋਸ਼ਿਸ਼। ਸਰਪੰਚੀਆਂ ਦੇ ਵਿੱਚ, ਚੇਅਰਮੈਨੀਆਂ ਦੇ ਵਿੱਚ ਮੋٹے ਪੈਸੇ ਲੈ ਕੇ ਜਿਹੜੀਆਂ ਸਰਪੰਚੀਆਂ ਦਿੱਤੀਆਂ ਗਈਆਂ, ਇਹਦੇ 'ਚ ਕਿੰਨੀ ਕੁ ਸੱਚਾਈ ਆ? ਇਹ ਗੱਲ ਵਾਕਿਆ ਸਹੀ ਆ ਕਿ ਟਕਸਾਲੀ ਕਾਂਗਰਸੀਆਂ ਨੂੰ ਛੱਡ ਕੇ ਵਿਰੋਧੀ ਧਿਰ ਦੇ ਬੰਦਿਆਂ ਤੋਂ ਵੀ ਪੈਸੇ ਲੈ ਕੇ ਉਹਨਾਂ ਨੂੰ ਸਰਪੰਚੀਆਂ ਦਿੱਤੀਆਂ ਗਈਆਂ, ਪੈਸਿਆਂ ਨਾਲ, ਮੋٹے ਪੈਸੇ ਨਾਲ, ਤੇ ਉਹਨਾਂ ਨੂੰ ਇਗਨੋਰ ਕੀਤਾ ਗਿਆ। ਦੇਖੋ, ਜਦੋਂ ਤੁਹਾਡਾ ਆਪਣਾ ਪਰਿਵਾਰ ਦਾ ਮੈਂਬਰ ਤੁਸੀਂ ਅਵੋਇਡ ਕਰਦੇ ਹੋ, ਉਹਨੂੰ ਅੱਖੋਂ ਪਰੋਖਿਆ ਕੀਤਾ ਜਾਂਦਾ, ਤਾਂ ਕੋਈ ਨਾ ਕੋਈ ਗਲਤ ਇਹੋ ਜਿਹੀ ਵਿੱਚੋਂ ਨਿਕਲਦੀ ਹੈ। ਗੁੱਸਾ ਹੈ ਟਕਸਾਲੀ ਕਾਂਗਰਸੀਆਂ 'ਚ? ਬਹੁਤ ਜ਼ਿਆਦਾ ਗੁੱਸਾ ਹੈ ਜੀ। ਕੀ ਲੱਗਦਾ ਕਿ ਜਿਹੜਾ ਇਹਨਾਂ ਨੇ ਸਰਪੰਚੀਆਂ ਵੇਲੇ ਜਾਂ ਚੇਅਰਮੈਨੀਆਂ ਵੇਲੇ ਇੰਨਾ ਪੈਸਾ ਇਕੱਠਾ ਕੀਤਾ, ਲੋਕਾਂ ਤੋਂ ਪੈਸਾ ਲੈ ਇਕੱਠਾ ਕੀਤਾ, ਕਿ ਉਹ ਲੋਕ ਖੁੱਲ੍ਹ ਕੇ ਇਹਨਾਂ ਨੂੰ ਜਵਾਬ ਦੇਣਗੇ ਇਸ ਇਲੈਕਸ਼ਨ ਦੇ ਵਿੱਚ? ਇਹ ਤਾਂ ਲੋਕ ਦੱਸਣਗੇ ਜੀ, ਜਿਨ੍ਹਾਂ ਦੇ ਨਾਲ। ਤੁਹਾਨੂੰ ਕੀ ਲੱਗਦਾ? ਤੁਸੀਂ ਵੀ ਪਿੰਡਾਂ ਦੇ ਵਿੱਚ ਰਹਿੰਦੇ ਹੋ, ਤੁਹਾਡੇ ਕੋਲੇ ਵੀ ਜਾਣਕਾਰੀ ਹੁੰਦੀ, ਤੁਸੀਂ ਵੀ ਲੀਡਰ ਹੋ। ਦੇਖੋ, ਇਹ ਤਾਂ ਚੀਜ਼ ਜਿਹੜੀ ਹੈਗੀ ਨਾ, ਜਿਸ ਬੰਦੇ ਨਾਲ ਹੋਈ ਹੁੰਦੀ ਹੈ ਉਹਦੇ ਅੰਦਰ ਕਿੰਨੀ ਕੁ ਗੁੱਸਾ ਹੈ, ਕਿੰਨੀ ਕੁ ਨਾਰਾਜ਼ਗੀ ਹੈ, ਉਹ ਕਿਸ ਤਰੀਕੇ ਨਾਲ ਆਪਣੀ ਭਾਵਨਾ ਨੂੰ ਪ੍ਰਗਟ ਕਰਦਾ, ਇਹ ਤਾਂ ਲੋਕ ਦੱਸਣਗੇ। ਇਹ ਤਾਂ ਨਹੀਂ ਕਿਤੇ ਤੁਹਾਡੇ ਤੇ ਵੀ ਇੱਕ ਡਰ ਬਣਿਆ ਹੋਇਆ ਕਿ ਤੁਸੀਂ ਮੌਜੂਦਾ ਵਿਧਾਇਕ ਨੇ, ਸਰਕਾਰ ਵੀ ਹਜੇ ਉਹਨਾਂ ਦੀ ਪਈ, ਚਾਹੇ ਤੁਹਾਡੀ ਸਰਕਾਰ ਆ, ਐਂ ਤਾਂ ਨਹੀਂ ਲੱਗਦਾ ਕਿ ਤੁਹਾਡੇ ਤੇ ਵੀ ਕੋਈ ਪ੍ਰੈਸ਼ਰ ਪੈ ਜਾਊਗਾ, ਕੋਈ ਦਬਾਅ ਪੈ ਜਾਊਗਾ ਕਿ ਤੁਸੀਂ ਮੀਡੀਆ ਦੇ ਸਾਹਮਣੇ ਗੱਲਾਂ ਕਿਉਂ ਕਹਿ ਰਹੇ ਹੋ? ਮੈਂ ਬ੍ਰਦਰ ਰੱਬ ਤੋਂ ਬਿਨਾਂ ਕਿਸੇ ਤੋਂ ਨਹੀਂ ਡਰਦਾ। ਫਿਰ ਤੁਸੀਂ ਖੁੱਲ੍ਹ ਕੇ ਕਿਉਂ ਨਹੀਂ ਦੱਸ ਰਹੇ ਕਿ ਵਾਕਈ ਸਰਪੰਚੀਆਂ ਦੇ ਵਿੱਚ ਪੈਸਾ ਚੱਲਿਆ? ਅਕਾਲ ਪੁਰਖ ਦਾ ਡਰ ਹੈ, ਉਸ ਤੋਂ ਬਿਨਾਂ ਮੈਂ ਕਿਸੇ ਤੋਂ ਨਹੀਂ ਡਰਦਾ। ਤੇ ਜਾਂ ਮੈਂ ਡਰਦਾ ਕਿ ਮੇਰੀ ਜ਼ਮੀਰ ਕਿਤੇ ਡੋਲ ਨਾ ਜਾਵੇ, ਮੇਰੇ ਤੋਂ ਕੋਈ ਗਲਤੀ ਨਾ ਹੋਵੇ, ਇਸ ਤੋਂ ਵੱਧ ਮੈਨੂੰ ਕੋਈ ਕਿਸੇ ਦਾ ਡਰ ਨਹੀਂ। ਜਿਹੜੀ ਗੱਲ ਸੱਚੀ ਹੈ ਉਹ ਸੱਚੀ ਹੈ, ਔਰ ਲੋਕ ਉਸ ਗੱਲ ਦਾ ਜਵਾਬ ਦੇਣਗੇ। ਉਸ ਗੱਲ ਦਾ ਜਵਾਬ ਮੈਂ ਨਹੀਂ ਦੇਣਾ, ਜਿਨ੍ਹਾਂ ਦੇ ਨਾਲ ਹੋਈ ਹੈ ਜਵਾਬ ਉਹਨਾਂ ਦਾ ਹੀ ਬਣਦਾ, ਉਹ ਦੇਣਗੇ ਔਰ ਉਹ ਤਿਆਰ ਨੇ। ਮੈਡਮ ਨੂੰ ਚਾਹੀਦਾ ਸੀਗਾ, ਵਿਧਾਇਕਾਂ ਨੂੰ, ਕਿ ਪਿੰਡਾਂ ਦੇ ਵਿੱਚ ਆ ਕੇ ਜਿਹੜੇ ਲੋਕਾਂ ਨੇ ਵੋਟਾਂ ਪਾਈਆਂ ਸੀ ਉਹਨਾਂ ਦੇ ਕੰਮ ਕੀਤੇ ਜਾਣ, ਪਿੰਡਾਂ ਦੇ ਵਿੱਚ ਵਿਕਾਸ ਵੇਖਿਆ ਜਾਵੇ। ਪਰ ਕਿਤੇ ਨਾ ਕਿਤੇ ਉਹਨਾਂ ਦੇ ਪਤੀ ਦੇ ਵੀ ਗੱਡੀ ਅੱਗੇ ਪਾਇਲਟ ਜਿਪਸੀ ਲਾ ਕੇ ਘੁੰਮਦੇ ਰਹੇ ਆ ਲੰਮਾ ਸਮਾਂ। ਜਿੱਥੇ ਲੋਕ ਤੁਹਾਨੂੰ ਐਡਾ ਵੱਡਾ ਪਿਆਰ ਦਿੰਦੇ ਨੇ, ਉੱਥੇ ਜਿਪਸੀਆਂ ਅੱਗੇ ਲਾਉਣ ਦੀ ਕੀ ਜ਼ਰੂਰਤ ਹੈ? ਹੁਣ 4.5 ਸਾਲ ਸਮਾਂ ਬੀਤਣ ਤੋਂ ਬਾਅਦ ਵਾਟਰ ਕੂਲਰਾਂ ਦੀ ਸੇਵਾ ਇੱਕ ਚੱਲ ਰਹੀ ਹੈ। ਕੀ ਲੱਗਦਾ ਕਿ ਇਹ ਇੱਕ ਸ਼ੋਸ਼ਾ ਹੈ ਜਾਂ ਵਾਕਿਆ ਦਿਲ ਦੀ, ਜਿਹੜੀ 4.5 ਸਾਲ ਪਹਿਲਾਂ ਦਿਲ ਤੇ ਹੱਥ ਰੱਖਿਆ ਸੀ ਕਿ ਅਸੀਂ ਸੇਵਾ ਕਰਾਂਗੇ, ਜਾਂ ਉਹ ਸੇਵਾ ਭਾਵਨਾ ਬਾਹਰ ਆ ਚੁੱਕੀ ਹੈ? ਇਹ ਤਾਂ ਇੱਕ ਛੋਟੀ ਜੀ ਗੱਲ ਹੈ, ਇਹਦੇ ਨਾਲ ਵੋਟਰ ਨਹੀਂ ਭਰਮਾਇਆ ਜਾਂਦਾ, ਤੇ ਨਾ ਹੀ ਇੰਨੀਆਂ ਛੋਟੇ ਜਿਹੇ ਲਾਲਚ। ਹੋ ਸਕਦਾ ਵੋਟਰਾਂ ਨੂੰ ਠੰਡਾ ਕੀਤਾ ਜਾਵੇ ਵਾਟਰ ਕੂਲਰ ਦੇ ਕੇ, ਪਾਣੀ, ਕਿਉਂਕਿ ਗਰਮੀ ਬਹੁਤ ਆ ਨਾ, ਟੈਂਪਰੇਚਰ ਬਹੁਤ ਜ਼ਿਆਦਾ, ਪਾਣੀ ਠੰਡਾ ਦੇ ਕੇ ਵੀ ਵਾਟਰ ਕੂਲਰ 'ਚੋਂ ਪਾਣੀ ਪੀਣ ਤੇ ਵੋਟਰ ਜਿਹੜੇ ਉਹ ਠੰਡੇ ਹੋ ਜਾਣ, ਦੁਬਾਰਾ ਫਿਰ ਵੋਟਾਂ ਪਾ ਦੇਣ। ਜੇ ਆ ਜਾਵੇ, ਕਿੰਨੀ ਸੰਭਾਵਨਾ ਹੈ ਨਵੇਂ ਕੈਂਡੀਡੇਟ ਦੀ ਇੱਥੇ? 101% ਸੰਭਾਵਨਾ ਚੇਂਜ ਕਰਨ ਦੀ ਹੈ? ਚੇਂਜ ਹੋਏਗਾ? ਬਿਲਕੁਲ ਚੇਂਜ, 101% ਚਾਂਸ ਨੇ। ਪਰ ਉੱਥੇ ਕਿਸੇ ਵੀ ਅਸੀਂ ਲੀਡਰ ਨੂੰ ਨਹੀਂ ਦੇਖਿਆ, ਚਾਹੇ ਉਹ ਕਾਂਗਰਸ ਦਾ ਹੋਵੇ, ਚਾਹੇ ਉਹ ਅਕਾਲੀ ਦਲ ਦਾ ਹੋਵੇ, ਚਾਹੇ ਉਹ ਆਪ ਦਾ ਹੋਵੇ, ਕਿ ਉਹਨਾਂ ਕਿਸਾਨਾਂ ਦੇ ਵਿੱਚ ਬਹਿ ਕੇ ਉਹਨਾਂ ਨੇ ਜਿੰਦਾਬਾਦ ਮੁਰਦਾਬਾਦ ਕੀਤੀ ਹੋਵੇ ਕਿ ਅਸੀਂ ਤੁਹਾਡੇ ਨਾਲ ਖੜੇ ਆ। ਮਤਲਬ ਗਲ ਦੇ ਵਿੱਚ ਰੱਸਾ ਸ਼੍ਰੋਮਣੀ ਅਕਾਲੀ ਦਲ ਪਾ ਗਏ ਸੀ, ਤੇ ਹੁਣ ਉਹ ਰੱਸਾ ਜਿਹੜਾ ਉਹ ਟਾਈਟ ਹੋ ਗਿਆ ਤੇ ਮਰਨ ਦੀ ਕਤਾਰ ਤੇ ਖੜਾ। ਇੱਕ ਰੱਸਾ ਨਹੀਂ ਜੀ। ਵੋਟਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਦੇ ਜਿਹੜੇ ਵਰਕਰ ਆ ਉਹ ਬਹੁਤ ਵੱਧ ਚੜ ਕੇ ਕੰਮ ਕਰ ਰਹੇ ਨੇ ਪਿੰਡਾਂ ਦੇ ਵਿੱਚ, ਇੱਕ ਦੂਜੇ ਨਾਲ ਅੱਗੇ ਜਾ ਕੇ ਕੰਮ ਕਰ ਰਹੇ ਨੇ। ਲੇਕਿਨ ਸ਼੍ਰੋਮਣੀ ਅਕਾਲੀ ਦਲ ਜਿਹੜੀ ਪਾਰਟੀ ਹੈ ਉਹਨਾਂ ਦੀ ਬਿਲਕੁਲ ਵੀ ਐਕਟੀਵਿਟੀ ਨਹੀਂ। ਕੀ ਲੱਗਦਾ ਉਹਨਾਂ ਦਾ ਕੀ ਧਮਾਕਾ ਹੈ? ਧਮਾਕਾ ਕੋਈ ਨਹੀਂ ਹੈਗਾ। ਐਕਚੁਅਲ ਕੀ ਹੈਗਾ ਕਿ ਉਹਨਾਂ ਦੀ ਲੋਕਾਂ ਦੇ ਵਿੱਚ ਸ਼ਾਖ ਇੰਨੀ ਖਤਮ ਹੋ ਚੁੱਕੀ ਹੈ, ਲੋਕ ਉਹਨਾਂ ਦੇ ਗਲ ਪੈਂਦੇ ਨੇ। ਇਸ ਦਾ ਮਤਲਬ ਇਸ ਵਾਰ ਵੀ ਚੋਣਾਂ ਤੇ ਜਿਹੜਾ ਬੇਅਦਬੀ ਵਾਲਾ ਮੁੱਦਾ ਉਹ ਅਹਿਮ ਰਹੇਗਾ, ਇਹਨੂੰ ਲੈ ਕੇ ਹੀ ਸ਼ਾਇਦ ਐਤਕੀ ਚੋਣਾਂ ਲੜੀਆਂ ਜਾਣਗੀਆਂ। ਨਹੀਂ, ਚੋਣਾਂ ਇਹਨੂੰ ਲੈ ਕੇ ਨਹੀਂ ਲੜੀਆਂ ਜਾਣਗੀਆਂ, ਇਹਦਾ ਫੈਸਲਾ ਕਰਕੇ ਲੜੀਆਂ ਜਾਣਗੀਆਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਆਵਾਜ਼ੇ ਪੰਜਾਬ ਤੇ ਮੈਂ ਹਾਂ ਸੁਖਵਿੰਦਰ ਸਿੰਘ ਸੁਖ। ਵਿਧਾਨ ਸਭਾ ਦੀਆਂ ਚੋਣਾਂ ਜਿਵੇਂ ਨੇੜੇ ਆਉਂਦੀਆਂ ਦਿਖਾਈ ਦੇ ਰਹੀਆਂ ਨੇ, ਉਵੇਂ ਜਿਹੜੀਆਂ ਸਰਗਰਮੀਆਂ ਨੇ ਉਹ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਵਧਾ ਦਿੱਤੀਆਂ ਗਈਆਂ ਨੇ। ਪਿੰਡਾਂ ਦੇ ਵਿੱਚ ਜਾ ਕੇ ਘਰ ਜਾ ਕੇ ਜਿਹੜੀਆਂ ਵੋਟਾਂ ਪੱਕੀਆਂ ਕਰਨ ਦਾ ਜਿਹੜਾ ਤਾਂਤਾ ਹੈ ਉਹ ਲੱਗਿਆ ਹੋਇਆ ਹੈ। ਲਗਾਤਾਰ ਪਾਰਟੀਆਂ ਦੇ ਨੁਮਾਇੰਦੇ, ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਇੱਕ ਦੂਜੇ ਨਾਲੋਂ ਵੱਧ ਚੜ ਕੇ ਜਿਹੜਾ ਕੀ ਆ ਆਪਣਾ ਕੰਮ ਕਰਕੇ ਆਪਣੀ ਸਰਕਾਰ ਨੂੰ ਦਿਖਾਈ ਦੇ ਰਹੇ ਨੇ। ਅੱਜ ਸਾਡੇ ਨਾਲ ਮੌਜੂਦ ਨੇ ਫਿਰੋਜ਼ਪੁਰ ਦਿਹਾਤੀ ਤੋਂ ਟਿਕਟ ਦੇ ਦਾਅਵੇਦਾਰ, ਜੋ ਕਿ ਸਾਬਕਾ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਵੀ ਰਹਿ ਚੁੱਕੇ ਨੇ। ਉਹ ਵੀ ਦਾਅਵਾ ਕਰ ਰਹੇ ਨੇ ਕਿਤੇ ਨਾ ਕਿਤੇ ਕਿ ਮੈਨੂੰ ਵੀ ਟਿਕਟ ਮਿਲੇ ਕਿ ਮੈਂ ਵੀ ਆਪਣੇ ਫਿਰੋਜ਼ਪੁਰ ਦਿਹਾਤੀ ਹਲਕੇ ਤੋਂ ਜਿਹੜੀ ਲੋਕਾਂ ਦੀ ਉਹ ਸੇਵਾ ਕਰ ਸਕਾਂ। ਉਹਨਾਂ ਤੋਂ ਜਾਣਦੇ ਹਾਂ ਕਿਸ ਤਰੀਕੇ ਨਾਲ ਉਹ ਕੰਮ ਕਰਨਗੇ ਜਾਂ ਉਹਨਾਂ ਦਾ ਕਿਸ ਤਰੀਕੇ ਦੀ ਪਲੈਨਿੰਗ ਆ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਵਾਗਤ ਹੈ ਆਵਾਜ਼ੇ ਪੰਜਾਬ 'ਚ। ਸਤਿ ਸ਼੍ਰੀ ਅਕਾਲ ਜੀ, ਬਹੁਤ ਧੰਨਵਾਦ ਤੁਹਾਡਾ ਸੁਖ ਜੀ, ਔਰ ਤੁਹਾਡਾ ਤੇ ਖਾਸ ਕਰਕੇ ਜਿਹੜੇ ਸਾਡੇ ਦਰਸ਼ਕਾਂ ਦਾ ਤੇ ਫਿਰੋਜ਼ਪੁਰ ਦਿਹਾਤੀ ਹਲਕੇ ਦੇ ਲੋਕਾਂ ਦਾ।
ਮੇਰਾ ਪਹਿਲਾ ਸਵਾਲ ਇਹ ਆ ਕਿ ਤੁਸੀਂ ਕਹਿ ਰਹੇ ਹੋ ਕਿ ਸੇਵਾ ਵੀ ਮੈਨੂੰ ਵੀ ਸੇਵਾ ਦਾ ਮੌਕਾ ਦਿੱਤਾ ਜਾਵੇ ਫਿਰੋਜ਼ਪੁਰ ਦਿਹਾਤੀ ਦੇ ਵਿੱਚੋਂ ਟਿਕਟ ਦੇ ਕੇ, ਪਰ ਗੱਲ ਕਰੀਏ ਸਟਾਰਟਿੰਗ ਤੋਂ ਜਿਹੜੀ ਫਿਰੋਜ਼ਪੁਰ ਦੇ ਵਿੱਚ ਸਰਕਾਰ ਆ ਮੌਜੂਦਾ ਉਹ ਵੀ ਤੁਹਾਡੀ ਆ ਤੇ ਜਿਹੜਾ ਐਮਐਲਏ ਉਹ ਵੀ ਤੁਹਾਡੀ ਸਰਕਾਰ ਦਾ। ਦੇਖੋ ਤੁਹਾਡਾ ਸਵਾਲ ਸੁਖ ਜੀ ਬਹੁਤ ਅੱਛਾ ਹੈ। ਅੱਜ ਸਰਕਾਰ ਕਾਂਗਰਸ ਪਾਰਟੀ ਦੀ ਹੈ ਔਰ ਫਿਰੋਜ਼ਪੁਰ ਜ਼ਿਲ੍ਹੇ ਦੀਆਂ ਚਾਰੇ ਸੀਟਾਂ ਚਾਰੋਂ ਐਮਐਲਏ ਸਾਡੇ ਕਾਂਗਰਸ ਪਾਰਟੀ ਦੇ ਨੇ। ਜਿਹੜੀ ਕਾਂਗਰਸ ਦੇ ਅੰਦਰ ਤੁਸੀਂ ਮਿਹਨਤ ਕੀਤੀ ਹੈ ਲੰਬੇ ਸਮੇਂ ਤੋਂ, ਔਰ ਖਾਸ ਕਰਕੇ ਜਿਹੜਾ ਪਿਆਰ ਲੋਕਾਂ ਤੋਂ ਮਿਲਦਾ ਹੈ, ਔਰ ਕਾਂਗਰਸ ਕੇਂਦਰੀ ਹਾਈ ਕਮਾਂਡ ਦੀ ਗੱਲ ਕਰਾਂ ਜਾਂ ਸਟੇਟ ਹਾਈ ਕਮਾਂਡ ਦੀ ਗੱਲ ਕਰਾਂ ਤਾਂ ਉੱਥੋਂ ਇੱਕ ਵੱਡੀ ਆਸ ਲੈ ਕੇ ਮੈਂ ਚੱਲਦਾ। ਔਰ ਸਾਡੇ ਦਿਹਾਤੀ ਹਲਕੇ ਦੇ ਵਿੱਚ ਜਿਹੜੇ ਕਾਂਗਰਸ ਪਾਰਟੀ ਦੇ ਵਰਕਰ ਨੇ, ਵੋਟਰ ਨੇ, ਸਪੋਰਟਰ ਨੇ, ਬੜੇ ਮਜ਼ਬੂਤ ਨੇ, ਬੜੇ ਅੱਛੇ ਨੇ, ਬੜੇ ਇਮਾਨਦਾਰ ਨੇ। ਔਰ ਮੈਂ ਉਹਨਾਂ ਤੋਂ ਆਸ ਕਰਦਾ ਕਿ ਮੇਰੀ ਜਿਹੜੀ ਅੱਜ ਤੱਕ ਦੀ ਕੀਤੀ ਹੋਈ ਮਿਹਨਤ ਹੈ ਉਹਦਾ ਜਿਹੜਾ ਲਕਸ਼ ਹੈ ਇਸ ਦਿਹਾਤੀ ਹਲਕੇ ਤੋਂ ਐਜ਼ ਏ ਐਮਐਲਏ ਸੇਵਾ ਕਰਨ ਦਾ ਉਹ ਜ਼ਰੂਰ ਪੂਰਾ ਹੋਏਗਾ। ਰਿਜ਼ਰਵ ਸੀਟ ਆ ਫਿਰੋਜ਼ਪੁਰ ਦੀ, ਪਹਿਲਾਂ ਵੀ ਰਿਜ਼ਰਵ ਕੈਂਡੀਡੇਟ ਬਣੇ ਆ ਮੈਡਮ ਸਤਕਾਰ ਕੌਰ ਗਹਿਰੀ। ਲੱਗਦਾ ਸੀ ਆਮ ਲੋਕਾਂ ਨੂੰ ਕਿਤੇ ਨਾ ਕਿਤੇ ਰਾਹਤ ਮਿਲੇਗੀ, ਕਿਤੇ ਨਾ ਕਿਤੇ ਜਿਹੜਾ ਵਿਕਾਸ ਆ ਉਹ ਵਧੀਆ ਲੈਵਲ ਦਾ ਹੋਏਗਾ ਜਿਵੇਂ ਫਿਰੋਜ਼ਪੁਰ ਬੈਕਵਰਡ ਏਰੀਆ ਆਪਣਾ ਮੰਨਿਆ ਜਾਂਦਾ। ਲੇਕਿਨ ਤੁਸੀਂ ਵੀ ਉਹੀ ਸੇਵਾ ਦੀ ਗੱਲ ਕਰ ਰਹੇ ਆ ਜਿਹੜੀ ਸੇਵਾ ਦੀ ਗੱਲ ਉਹਨਾਂ ਨੇ 4.5 ਸਾਲ ਪਹਿਲਾਂ ਕੀਤੀ ਸੀ ਕਿ ਅਸੀਂ ਵੀ ਸੇਵਾ ਕਰਾਂਗੇ, ਲੇਕਿਨ ਸੇਵਾ ਦੇ ਨਾਂ ਤੇ ਵੋਟਾਂ ਲੈਣ ਤੋਂ ਬਾਅਦ ਜਿਹੜੇ ਕੈਂਡੀਡੇਟ ਆ ਉਸ ਤੋਂ ਬਾਅਦ ਉਹ ਦਿਖਾਈ ਨਹੀਂ ਦਿੰਦੇ। ਕੀ ਲੱਗਦਾ ਤੁਸੀਂ ਵੀ ਉਸੇ ਪਾਰਟੀ ਦੇ ਹੋ, ਤੁਸੀਂ ਵੀ ਇਸੇ ਤਰ੍ਹਾਂ ਦਾ ਵਤੀਰਾ ਆਮ ਲੋਕਾਂ ਨਾਲ ਕਰੋਗੇ? ਸੁਖ ਜੀ ਇਵੇਂ ਨਹੀਂ ਹੁੰਦਾ, ਪੰਜੋ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ। ਜਿਹੜਾ ਲੋਕਾਂ ਦੇ ਵਿੱਚ ਤੁਹਾਡਾ ਰਿਲੇਸ਼ਨ ਹੈ, ਤੁਹਾਡਾ ਮਿਲਣਾ ਜੁਲਣਾ, ਤੁਹਾਡਾ ਵਿਚਰਨਾ ਹੈ, ਉਹ ਇੱਕ ਅਲੱਗ ਚੀਜ਼ ਰੱਖਦਾ ਹੈ। ਜਿਹੜਾ ਵਿਕਾਸ ਹੈ ਉਹ ਅਲੱਗ ਚੀਜ਼ ਰੱਖਦਾ ਹੈ। ਵਿਕਾਸ ਦੀਆਂ ਜਿਹੜੀਆਂ ਪਾਲਿਸੀਜ਼ ਨੇ ਉਹ ਸਟੇਟ ਤੋਂ ਬਣ ਕੇ ਆਉਂਦੀਆਂ ਨੇ। ਉਹ ਸਾਡੇ ਮਾਣਯੋਗ ਚੀਫ ਮਿਨਿਸਟਰ ਸਾਹਿਬ ਨੇ ਜਿੰਨਾ ਵਿਕਾਸ ਕਰਵਾਇਆ ਪਿਛਲੇ 5-4 ਸਾਲ ਦੇ ਵਿੱਚ, ਤੁਸੀਂ ਪਿਛਲੇ 10 ਸਾਲ ਦੇ ਵਿੱਚ ਪੰਜਾਬ ਦੇ ਵਿੱਚ ਦੱਸੋ ਕਿਤੇ ਇੱਕ ਇੱਟ ਵੀ ਨਹੀਂ ਲੱਗੀ। ਔਰ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਅਕਾਲੀ ਭਾਜਪਾ ਦਾ ਜਿਹੜੀ ਗੱਠਜੋੜ ਦੀ ਸਰਕਾਰ ਸੀ ਉਹਨਾਂ ਨੇ ਸਿਵਾਏ ਵਿਰੋਧੀ ਪਾਰਟੀਆਂ ਦੇ ਵਰਕਰਾਂ ਨੂੰ ਕੁੱਟਣ ਤੋਂ, ਪਰਚੇ ਦੇਣ ਤੋਂ ਸਿਵਾਏ ਹੋਰ ਕੀਤਾ ਕੀ ਹੈ? ਜੇ ਵਿਕਾਸ ਹੋਇਆ ਤਾਂ ਇਸ 4 ਸਾਲਾਂ ਦੇ ਵਿੱਚ ਹੀ ਹੋਇਆ। ਔਰ ਤੁਸੀਂ ਪਿੰਡਾਂ ਦੇ ਵਿੱਚ ਜਾ ਕੇ ਦੇਖੋ ਕਿਵੇਂ ਲੋਕਟਾਈਲ ਲੱਗੀ ਹੈ ਪਿੰਡਾਂ ਦੇ ਵਿੱਚ, ਤੇ ਕਿਵੇਂ ਨਵੀਆਂ ਚੀਜ਼ਾਂ ਆਈਆਂ ਨੇ ਜਿਹੜੀਆਂ ਸਟੇਟ ਦੀਆਂ ਪਾਲਿਸੀਆਂ ਸੀ ਉਹਦੇ ਮੁਤਾਬਕ ਅਸੀਂ ਸਾਰੇ ਕੰਮ ਸਾਡੀ ਸਰਕਾਰ ਨੇ ਕੀਤੇ ਨੇ। ਕਿਤੇ ਨਾ ਕਿਤੇ ਇਹ ਵੀ ਸਾਹਮਣੇ ਨਿਕਲ ਕੇ ਆਉਂਦਾ ਕਿ ਜਿਹੜੀ ਪੰਜਾਬ ਸਰਕਾਰ ਨੇ ਆ ਉਹ ਤਾਂ ਇੰਨੇ ਫੰਡ ਨਹੀਂ ਦਿੱਤੇ, ਇੰਨੇ ਨਹੀਂ ਲਾਏ, ਲੇਕਿਨ ਜਿਹੜਾ ਨਰੇਗਾ ਹੀ ਸੈਂਟਰ ਗੌਰਮੈਂਟ ਦੀਆਂ ਸਕੀਮਾਂ ਹੀ ਜਿਹੜੀਆਂ ਸਰਕਾਰ ਨੂੰ ਬਚਾ ਗਈਆਂ। ਦੇਖੋ ਸਵਾਲ ਤੇ ਤੁਹਾਡਾ ਸੁਖ ਜੀ ਹੈਗਾ ਬਹੁਤ ਅੱਛਾ ਹੈ। ਸੈਂਟਰ ਕੋਲੇ ਪੈਸਾ ਕਿੱਥੋਂ ਆਉਂਦਾ ਹੈ? ਜਿਹੜਾ GST ਅੱਜ ਸਾਡੇ ਉੱਤੇ ਲੱਗਦਾ ਹੈ, ਜਿੰਨੇ ਵੀ ਟੈਕਸ ਅਸੀਂ ਸਵੇਰੇ ਇੱਕ ਬੰਦਾ ਉੱਠਦਾ ਹੈ, ਸੁਬਾਹ ਉੱਠਦੇ ਇੱਕ ਬਰਸ਼ ਲੈਂਦਾ ਹੈ, ਪੇਸਟ ਲਾਉਂਦਾ ਹੈ, ਸਾਬਣ ਯੂਜ਼ ਕਰਦਾ ਤੇ ਸਵੇਰੇ ਉੱਠਣ ਤੋਂ ਲੈ ਕੇ ਰਾਤੀ ਸੌਣ ਤੱਕ ਵੀ ਟੈਕਸ ਦਿੰਦਾ। ਔਰ ਈਵਨ ਕਿ ਕੁਛ ਜਿਵੇਂ ਮੋਬਾਈਲ ਵਰਗੀਆਂ ਸੇਵਾਵਾਂ ਨੇ ਉਹ ਰਾਤੀ ਸੁੱਤਾ ਪਿਆ ਵੀ ਸਰਕਾਰ ਨੂੰ ਟੈਕਸ ਦਿੰਦਾ। ਔਰ ਸਾਰੇ ਦਾ ਸਾਰਾ ਟੈਕਸ ਜਿਹੜਾ ਉਹ ਇੱਕ ਪਾਲਿਸੀ ਮੁਤਾਬਕ ਸੈਂਟਰ ਨੂੰ ਚਲਿਆ ਜਾਂਦਾ। ਔਰ ਸੈਂਟਰ ਤੋਂ ਬਣਦਾ ਹਿੱਸਾ ਫਿਰ ਸਾਡੀ ਸਟੇਟ ਨੂੰ ਆਉਣਾ। ਇਹਦੇ 'ਚ ਉਹ ਕੋਈ ਸਾਡੇ ਤੇ ਆਸਾਨ ਨਹੀਂ ਕਰ ਰਹੇ, ਬਲਕਿ ਸਾਡੇ ਹੀ ਲੋਕਾਂ ਦਾ, ਸਾਡੀ ਹੀ ਪਬਲਿਕ ਦਾ ਗਿਆ ਹੋਇਆ ਪੈਸਾ ਟੈਕਸ ਦੇ ਰੂਪ 'ਚੋਂ ਸਾਨੂੰ ਵਾਪਸ ਆਉਂਦਾ ਤੇ ਉਹ ਸਾਡੀ ਡਿਵੈਲਪਮੈਂਟ 'ਤੇ ਲੱਗਦਾ। ਮੇਰਾ ਇੱਕ ਹੋਰ ਸਵਾਲ ਆ, ਜਿਹੜਾ ਵਿਕਾਸ ਆ ਫਿਰੋਜ਼ਪੁਰ ਦਿਹਾਤੀ ਤੋਂ ਤੁਸੀਂ ਟਿਕਟ ਦਾ ਦਾਅਵਾ ਕਰ ਰਹੇ ਹੋ, ਫਿਰੋਜ਼ਪੁਰ ਦਿਹਾਤੀ ਦਾ ਕਿੰਨਾ ਕੁ ਵਿਕਾਸ ਹੋਇਆ ਤੁਹਾਡੀ ਸਰਕਾਰ 'ਚ ਮੌਜੂਦਾ 'ਚ? ਇਹ ਤਾਂ ਲੋਕ ਜਾਣਦੇ ਨੇ ਜਾਂ ਤੁਸੀਂ ਜਾਣਦੇ ਹੋ। ਲੋਕਾਂ ਨੇ ਦੱਸਣਾ ਹੈ ਕਿ ਜਿਹੜਾ ਸਾਡਾ ਵਿਕਾਸ ਹੋਇਆ ਉਸ ਤੋਂ ਬਿਨਾਂ ਸਾਡੀਆਂ ਜਿਹੜੀਆਂ ਇੰਟਰਨਲ ਭਾਵਨਾਵਾਂ ਸੀਗੀਆਂ ਉਹਨਾਂ ਦੇ ਉੱਤੇ ਕਿਸ ਢੰਗ ਨਾਲ ਸਾਡਾ ਜਿਹੜਾ ਨੁਮਾਇੰਦਾ ਸਾਡੇ ਨਾਲ ਪੂਰਾ ਉਤਰਿਆ। ਔਰ ਜਿਹੜੀਆਂ ਇੰਟਰਨਲ ਭਾਵਨਾਵਾਂ ਨੇ, ਲੋਕਾਂ ਦਾ ਪਿਆਰ ਹੈ, ਉਹਦੇ ਵਿੱਚ ਲੋਕਾਂ ਨੂੰ ਵਿਚਰ ਕੇ ਹੀ ਪਿਆਰ ਦਿੱਤਾ ਜਾਂਦਾ ਹੈ, ਨਾ ਕਿ ਇਕੱਲੇ ਕੰਮਾਂ ਨਾਲ ਲੋਕ ਬੱਝੇ ਹੁੰਦੇ ਨੇ। ਕੰਮ ਆਪਣੀ ਜਗ੍ਹਾ ਰੱਖਦੇ ਨੇ, ਤੁਹਾਡਾ ਵਤੀਰਾ ਆਪਣੀ ਜਗ੍ਹਾ ਰੱਖਦਾ ਹੈ। ਇਹਦਾ ਮਤਲਬ ਸਾਨੂੰ ਪਤਾ ਜਾਂ ਲੋਕਾਂ ਨੂੰ ਪਤਾ, ਤੁਹਾਨੂੰ ਨਹੀਂ ਪਤਾ ਵਿਕਾਸ ਕਿੰਨਾ ਹੋਇਆ? ਮੈਂ ਕਿਹਾ ਜੀ ਇਸੇ ਗੱਲ ਦਾ ਹੀ ਤਾਂ ਰਿਜ਼ਲਟ ਅੱਜ ਲੋਕ ਸਾਨੂੰ ਪਿਆਰ ਕਰਦੇ ਨੇ, ਅੱਜ ਸਾਨੂੰ ਆਵਾਜ਼ ਮਾਰਦੇ ਨੇ ਕਿ ਤੁਸੀਂ ਆਓ ਸਾਡੇ ਕੋਲੇ ਵਿਚਰੋ, ਅਸੀਂ ਤੁਹਾਨੂੰ ਚਾਹੁੰਦੇ ਹਾਂ, ਤੁਹਾਨੂੰ ਅਸੀਂ ਮੌਕਾ ਦੇਣਾ। ਮਤਲਬ ਉਹਨਾਂ ਨੂੰ ਨਹੀਂ ਚਾਹੁੰਦੇ ਜਿਹੜੀ ਮੌਜੂਦਾ ਵਿਧਾਇਕ ਆ ਜਾਂ ਉਹਨਾਂ ਦੀ ਜੋ ਕਾਰਜਕਾਲ ਉਹਨਾਂ ਨੇ ਨਿਭਾਇਆ ਆਪਦਾ 4.5 ਸਾਲ ਦਾ, ਇਹਦਾ ਮਤਲਬ ਲੋਕ ਉਹਨਾਂ ਨੂੰ ਹੁਣ ਪਸੰਦ ਨਹੀਂ ਕਰਦੇ, ਇਹੀ ਕਹਿਣਾ ਤੁਹਾਡਾ? ਦੇਖੋ ਜਿੰਨੀ ਦੇਰ ਤੱਕ ਅੱਗ ਨਹੀਂ ਬਲਦੀ ਨਾ ਧੂੰਆਂ ਬਾਹਰ ਕਦੇ ਨਹੀਂ ਆਉਂਦਾ। ਹਰ ਰੋਜ਼ ਸੋਸ਼ਲ ਮੀਡੀਆ ਤੇ ਕੁਛ ਨਾ ਕੁਛ ਦਿਖਾਈ ਦਿੰਦਾ ਹੈ ਤੇ ਖਾਸ ਕਰਕੇ ਤੁਸੀਂ ਬੜੀ ਖਾਸ ਨਬਜ਼ ਫੜਦੇ ਹੋ ਵਰਕਰਾਂ ਦੀ, ਜਾ ਕੇ ਜਿੱਥੇ ਕਿਤੇ ਨਾ ਕਿਤੇ ਜਾ ਕੇ ਜਿਹੜੇ ਸਾਡੇ ਟਕਸਾਲੀ ਵਰਕਰਾਂ ਦੇ ਨਾਲ ਕੋਈ ਊਣਤਾਈ, ਕੋਈ ਧੱਕਾਸ਼ਾਹੀ ਹੋਈ ਹੈ ਜਾਂ ਕਿਤੇ ਨਾ ਕਿਤੇ ਉਹਨਾਂ ਦੀ ਅਣਦੇਖੀ ਹੋਈ ਹੈ। ਨਹੀਂ ਵੈਸੇ ਹੋਈ ਆ, ਜਿਹੜੇ ਟਕਸਾਲੀ ਕਾਂਗਰਸੀ ਉਹਨਾਂ ਨਾਲ ਧੱਕਾ ਹੋਇਆ। ਸੁਖ ਜੀ ਮੈਂ ਮੰਨਦਾ, ਤੁਹਾਡੇ ਤੋਂ ਪਹਿਲਾਂ ਮੈਂ ਇਹ ਗੱਲ ਕਬੂਲੀ ਹੈ ਕਿ ਸਾਡੇ ਜਿਹੜੇ ਟਕਸਾਲੀ ਵਰਕਰ ਨੇ ਉਹਨਾਂ ਦੀ ਅਣਦੇਖੀ ਬਹੁਤ ਵੱਡੇ ਲੈਵਲ ਤੇ ਹੋਈ ਹੈ ਔਰ ਉਹ ਤੁਸੀਂ ਉਹ ਕੱਢ ਕੇ ਬਾਹਰ ਵੀ ਲੈ ਕੇ ਆਂਦੀ ਹੈ। ਤੁਸੀਂ ਆਪਣਾ ਰੋਲ ਬੜਾ ਅੱਛਾ ਬਾਖੂਬੀ ਨਿਭਾਇਆ ਔਰ ਉਸੇ ਗੱਲ ਦੀ ਹੀ ਬਦੌਲਤ ਅੱਜ ਜਿਹੜੇ ਉਹ ਵਰਕਰ ਨੇ ਉਹ ਅੱਜ ਸਾਨੂੰ ਪਿਆਰ ਕਰਦੇ ਨੇ ਔਰ ਉਹ ਚਾਹੁੰਦੇ ਨੇ ਕਿ ਜੇ ਅਸੀਂ 5 ਸਾਲ ਪਹਿਲਾਂ
ਕੋਈ ਆਪਣੀ ਜਿਹੜੀ ਸਾਡੀ ਚੋਣ ਹੈ ਜੇ ਉਹ ਕਿਤੇ ਕਿਸੇ ਗੱਲ ਤੋਂ ਢਿੱਲੀ ਰਹਿ ਗਈ ਹੈ ਤੇ ਅਸੀਂ ਉਸ ਨੂੰ ਬਦਲ ਸਕਦੇ ਹਾਂ, ਆਪਣਾ ਫੈਸਲਾ ਬਦਲਣ ਲਈ ਤਿਆਰ ਬੈਠੇ ਨੇ। ਕੀ ਲੱਗਦਾ ਜਿਹੜਾ ਚਿਹਰਾ ਹੈ, ਜਿਹੜੇ ਟਕਸਾਲੀ ਕਾਂਗਰਸੀ ਆ, ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਆ, ਉਹਨਾਂ ਨੂੰ ਇੱਕ ਚੰਗੇ ਚਿਹਰੇ ਦੀ ਜ਼ਰੂਰਤ ਆ, ਪਰ ਜਦੋਂ ਵੀ ਕੋਈ ਆਉਂਦਾ ਉਹਨਾਂ ਨੂੰ ਲੱਗਦਾ ਸ਼ਾਇਦ ਇਹ ਸਾਡੇ ਲਈ ਚੰਗਾ ਚਿਹਰਾ ਹੋਊਗਾ, ਲੇਕਿਨ ਬਾਅਦ 'ਚ ਜਦੋਂ ਸਰਕਾਰ ਬਣ ਜਾਂਦੀ ਆ, ਵਿਧਾਇਕ ਬਣ ਜਾਂਦੇ ਆ, ਉਸ ਤੋਂ ਬਾਅਦ ਉਹਨਾਂ ਹੀ ਚਿਹਰਿਆਂ ਨੂੰ ਇਗਨੋਰ ਕੀਤਾ ਜਾਂਦਾ, ਉਹਨਾਂ ਦੇ ਨਾਲ ਹੀ ਧੱਕਾ ਕੀਤਾ ਜਾਂਦਾ ਤੇ ਐਂਟੀ ਪਾਰਟੀਆਂ ਦੇ ਜਿਹੜੇ ਬੰਦੇ ਉਹਨਾਂ ਨੂੰ ਕਲੋਜ਼ ਕੀਤਾ ਜਾਂਦਾ, ਜਿਵੇਂ ਕਿ ਮੌਜੂਦਾ ਸਥਿਤੀ ਦੇ ਵਿੱਚ ਹੋ ਰਿਹਾ। ਜਦੋਂ ਕੋਈ ਨੁਮਾਇੰਦਾ ਇਹੋ ਜੀ ਗੱਲ ਕਰਦਾ ਨਾ ਜੀ, ਤੇ ਫਿਰ ਉਹਦੇ ਕੋਲੇ ਉਹ 5 ਸਾਲ ਉਹਦੇ ਆਖਰੀ ਸਾਲ ਹੋ ਜਾਂਦੇ ਨੇ, ਕਿਉਂਕਿ ਲੋਕਾਂ ਦੇ ਹੱਥ ਲੋਕਤੰਤਰ ਨੇ ਇੱਕ ਤਾਕਤ ਦਿੱਤੀ ਹੈ ਕਿ ਜੇ ਕਿਤੇ ਕੋਈ ਗਲਤ ਨੁਮਾਇੰਦਾ ਚੁਣਿਆ ਗਿਆ ਤਾਂ ਉਹਨੂੰ ਅਗਲੇ 5 ਸਾਲਾਂ ਬਾਅਦ ਉਹ ਚੇਂਜ ਕਰ ਸਕਦੇ ਨੇ, ਔਰ ਉਹ ਇਹ ਫੈਸਲਾ ਕਰ ਸਕਦੇ ਨੇ ਕਿ ਅਸੀਂ ਨਵੇਂ ਬੰਦੇ ਦੇ ਉੱਤੇ ਆਸ ਰੱਖੀਏ, ਜੇ ਉਹ ਵੀ ਪੂਰਾ ਨਹੀਂ ਉਤਰੇਗਾ ਤਾਂ ਫਿਰ ਬਦਲਿਆ ਜਾਏਗਾ। ਵੇਖੋ, ਇਹ ਸਵਾਲ ਮੈਂ ਤੁਹਾਨੂੰ ਜ਼ਰੂਰ ਕਰੂੰਗਾ, ਤੁਹਾਡੀ ਪਾਰਟੀ ਦਾ ਨੁਮਾਇੰਦਾ, ਤੁਹਾਡੀ ਸਰਕਾਰ ਦਾ ਫਿਰੋਜ਼ਪੁਰ ਦਿਹਾਤੀ ਤੋਂ, ਕੀ ਵਾਕਿਆ ਹੀ ਉਹਨੂੰ ਬਦਲਣ ਦੀ ਜ਼ਰੂਰਤ ਹੈ? ਲੋਕ ਚਾਹੁੰਦੇ ਆ? ਦੇਖੋ, ਇੱਕ ਕੇਂਦਰ ਦਾ ਜਾਂ ਸਟੇਟ ਦਾ ਜਿਹੜਾ ਕਾਂਗਰਸ ਦਾ ਪ੍ਰੋਗਰਾਮ, ਉਹਦੇ 'ਚ ਲਗਭਗ ਨਹੀਂ 101% ਤੈਅ ਹੈ ਕਿ ਫਿਰੋਜ਼ਪੁਰ ਦਿਹਾਤੀ ਹਲਕੇ ਤੋਂ ਇੱਕ ਨਵਾਂ ਚਿਹਰਾ ਲਿਆਂਦਾ ਜਾਏਗਾ, ਔਰ ਇੱਕ ਇਮਾਨਦਾਰ ਚਿਹਰਾ ਲਿਆਉਣ ਦੇ ਲਈ ਪਾਰਟੀ ਜਿਹੜੀ ਉਹ ਦੇਖ ਰਹੀ ਹੈ, ਤੇ ਲੋਕਾਂ ਦਾ ਪਿਆਰ ਜਿਹਨੂੰ ਮਿਲੇਗਾ ਪਾਰਟੀ ਉਸ ਬੰਦੇ ਨੂੰ ਇੱਥੇ ਮੌਕਾ ਦੇਗੀ। ਕੀ ਸਬੂਤ ਆ ਕਿ ਇਮਾਨਦਾਰ ਚਿਹਰਾ ਸਰਕਾਰ ਨੂੰ ਮਿਲ ਪਾਊਗਾ? ਕੀ ਸਬੂਤ ਆ? ਤੁਸੀਂ ਅੱਜ ਕਹਿ ਰਹੇ ਹੋ ਕਿ ਅਸੀਂ ਇਮਾਨਦਾਰੀ ਦੇ ਨਾਲ ਕੰਮ ਕਰਾਂਗੇ, ਕੱਲ ਨੂੰ ਕੁਰਸੀ ਆਉਣ ਤੋਂ ਬਾਅਦ ਕੀ ਪਤਾ ਤੁਸੀਂ ਵੀ ਉਸੇ ਤਰੀਕੇ ਨਾਲ ਹੀ ਕੰਮ ਕਰਨੇ ਸ਼ੁਰੂ ਕਰ ਦਿਓ ਜਿਵੇਂ ਲਾਸਟ ਟਾਈਮ ਹੋਇਆ। ਸੁਖ ਜੀ, ਮੇਰੀ ਉਮਰ 45 ਸਾਲ ਹੈ। ਅੱਜ ਤੋਂ ਪਹਿਲਾਂ ਮੈਂ ਪਾਰਟੀ ਦੇ ਵਿੱਚ ਮਿਨੀਮਮ 20 ਸਾਲ ਤੋਂ ਜ਼ਿਆਦਾ ਹੋ ਗਏ ਨੇ ਕੰਮ ਕਰਦੇ ਨੂੰ। ਤੁਸੀਂ ਕਿਤੇ ਵੀ ਜਾ ਕੇ ਮੇਰੇ ਕਰੈਕਟਰ ਬਾਰੇ, ਮੇਰੇ ਪਿਛੋਕੜ ਬਾਰੇ, ਮੇਰੀ ਇਮਾਨਦਾਰੀ ਬਾਰੇ ਪਤਾ ਲੈ ਸਕਦੇ ਹੋ ਕਿ ਮੈਂ ਕਿਸ ਢੰਗ ਨਾਲ ਵਿਚਰਿਆ, ਔਰ ਮੈਂ ਗੁਰੂ ਦਾ ਸਿੱਖ ਹਾਂ। ਮੇਰੇ ਅੰਦਰ ਇੱਕ ਭਾਵਨਾ ਹੈ ਕਿ ਸੱਚੇ ਸੁੱਚੇ ਇਮਾਨਦਾਰ ਸੇਵਾਦਾਰ ਦੀ ਤਰ੍ਹਾਂ ਸੇਵਾ ਕਰਕੇ ਦਿਖਾਉਣਾ, ਔਰ ਅਕਾਲ ਪੁਰਖ ਕਿਰਪਾ ਕਰੇਗਾ ਜਦੋਂ ਮੈਨੂੰ ਇਹ ਮੌਕਾ ਮਿਲੇਗਾ ਤਾਂ ਮੈਂ ਕੰਮ ਕਰਕੇ ਇਮਾਨਦਾਰੀ ਨਾਲ ਦਿਖਾਵਾਂਗਾ। ਕਿਤੇ ਕੋਈ ਕਮੀ ਪੇਸ਼ੀ ਰਹੇਗੀ ਤਾਂ ਲੋਕਾਂ ਕੋਲੇ ਫਿਰ ਆਪਣਾ ਹੱਕ ਹੈਗਾ। ਇਹ ਨਾ ਹੋਵੇ ਕੈਪਟਨ ਅਮਰਿੰਦਰ ਸਿੰਘ ਵਾਂਗੂ ਗੁਟਕਾ ਹੱਥ 'ਚ ਫੜ ਕੇ ਸਹੁੰ ਖਾ ਲਈ, ਲੋਕਾਂ ਦਾ ਵਿਸ਼ਵਾਸ ਜਿੱਤ ਲਿਆ, ਜਾਣੀ ਕਿ ਵਿਸ਼ਵਾਸਘਾਤ ਕਰਤਾ, ਬਾਅਦ 'ਚ ਹੱਥ 'ਚ ਗੁਟਕਾ ਫੜ ਕੇ ਸਹੁੰ ਖਾ ਲਈ, ਮੈਂ ਇਹ ਵੀ ਕਰ ਦੂੰ ਉਹ ਵੀ ਕਰ ਦੂੰ, ਲੋਕਾਂ ਨੇ ਕਿਹਾ ਚੱਲ ਕੋਈ ਗੱਲ ਨਹੀਂ ਇਹਨੂੰ ਵੋਟਾਂ ਪਾ ਦਿਓ, ਸ਼ਾਇਦ ਪੰਜਾਬ ਦਾ ਕਿਤੇ ਨਾ ਕਿਤੇ ਫਾਇਦਾ ਹੋ ਸਕਦਾ, ਲੇਕਿਨ ਉਹ ਤਾਂ ਸੀਤਾ ਫਲ ਤੇ ਚੀਕੂ ਫਲ ਦੇ ਵਿੱਚ ਹੀ ਫਸਿਆ ਪਿਛਲੇ ਲੰਬੇ ਸਮੇਂ ਤੋਂ। ਕੀ ਲੱਗਦਾ ਇਹ ਧੋਖੇ ਨਹੀਂ ਹੋ ਰਹੇ ਲੋਕਾਂ ਨਾਲ? ਤੁਹਾਡੀ ਸਰਕਾਰ ਹੀ ਕਰ ਰਹੀ ਆ ਇਹ? ਸੁਖ ਜੀ, ਕੁਝ ਵੀ ਇਹੋ ਜਿਹਾ ਨਹੀਂ ਹੈਗਾ। ਇਹ ਸਾਰਾ ਜਿਹੜਾ ਤੁਸੀਂ ਹੈਗਾ ਇਹ ਪ੍ਰੋਪੋਗੰਡਾ ਵਿਰੋਧੀ ਪਾਰਟੀਆਂ ਦਾ ਜਿਹੜਾ ਤੁਸੀਂ ਮੇਰੇ ਮੂਹਰੇ ਰੱਖ ਰਹੇ ਹੋ। ਜਿੰਨੇ ਕੰਮ ਕੈਪਟਨ ਅਮਰਿੰਦਰ ਸਿੰਘ ਜੀ ਨੇ ਪੰਜਾਬ ਵਾਸਤੇ ਕੀਤੇ, ਉਹ ਕੰਮ ਅੱਜ ਤੱਕ ਕੋਈ ਹੋਰ ਚੀਫ ਮਿਨਿਸਟਰ ਸਾਬਤ ਨਹੀਂ ਹੋ ਸਕਿਆ। ਹਾਂ, ਬਿਲਕੁਲ ਬਿਲਕੁਲ, ਅਸੀਂ ਕਵਾਂਗੇ ਕੰਮ ਕੀਤੇ ਆ। ਲੋਕ ਜਿੰਨੇ ਟੀਚਰ ਆ ਸਾਰੇ ਸੜਕਾਂ ਤੇ ਬੈਠੇ ਆ, ਮੋਤੀ ਮਹਿਲ ਉਹਨਾਂ ਨੇ ਘੇਰਿਆ, ਉਸ ਤੋਂ ਬਾਅਦ ਜਿਹੜਾ ਮਰਜ਼ੀ ਡਿਪਾਰਟਮੈਂਟ ਤੁਸੀਂ ਵੇਖ ਸਕਦੇ ਹੋ ਉਹਦੇ ਹੀ ਮੁਲਾਜ਼ਮ ਸੜਕਾਂ ਦੇ ਉੱਪਰ ਉਤਰੇ ਹੋਏ ਆ ਤੇ ਡਾਂਗਾਂ ਨਾਲ ਕੁੱਟ-ਕੁੱਟ ਕੇ ਉਹਨਾਂ ਦਾ ਜਿਹੜਾ ਜਲੂਸ ਕੱਢਿਆ ਜਾ ਰਿਹਾ ਲੰਮੇ ਸਮੇਂ ਤੋਂ। ਕੈਪਟਨ ਨੇ ਕੰਮ ਕੀਤੇ ਆ, ਕੀ ਇਹੀ ਕੰਮ ਤੁਸੀਂ ਦੱਸਣ ਲੱਗੇ ਸੀ? ਨਹੀਂ, ਇਹ ਕੰਮ ਨਹੀਂ। ਸਾਡੀ ਸਰਕਾਰ ਨੇ ਮੇਲੇ ਲਗਾ ਕੇ 4 ਸਾਲ ਦੇ ਵਿੱਚ ਬਹੁਤ ਵੱਡਾ ਰੁਜ਼ਗਾਰ ਲੋਕਾਂ ਨੂੰ ਦਿੱਤਾ ਹੈ, ਔਰ ਦੇਖੋ ਪਿਛਲੇ 2 ਸਾਲ ਤੋਂ ਕਰੋਨਾ ਦੀ ਜਿਹੜੀ ਮਾਰ ਵੱਜੀ ਹੈ ਉਹਦੇ ਨਾਲ ਕਿੰਨੀਆਂ ਸਟੇਟਾਂ ਦਾ, ਕੰਟਰੀਆਂ ਦਾ ਬੁਰਾ ਹਾਲ ਹੋਇਆ, ਔਰ ਖਾਸ ਕਰਕੇ ਜਿਹੜੀ ਸਾਡੀ ਕੇਂਦਰ ਦੀ ਸਰਕਾਰ 2 ਲੱਖ ਨੌਕਰੀਆਂ 1 ਸਾਲ 'ਚ ਪੈਦਾ ਕਰਨ ਦਾ ਵਾਅਦਾ ਕਰਕੇ ਆਈ ਸੀ, ਉਹਦੇ ਕੋਲੇ ਅੱਜ ਇੱਕ ਵੀ ਨੌਕਰੀ ਨਹੀਂ, ਬਲਕਿ ਉਹਨਾਂ ਨੇ 10 ਲੱਖ ਨੌਕਰੀਆਂ ਪਿਛਲੇ 2 ਸਾਲਾਂ ਦੇ ਵਿੱਚ ਖਤਮ ਕਰ ਦਿੱਤੀਆਂ ਨੇ। ਔਰ ਪੰਜਾਬ ਦਾ ਇੱਕੋ ਇੱਕ ਸਟੇਟ ਹੈ ਜਿੱਥੋਂ ਕੈਪਟਨ ਅਮਰਿੰਦਰ ਸਿੰਘ ਜੀ ਨੇ ਕਾਂਗਰਸ ਦੀ ਅਗਵਾਈ ਦੇ ਵਿੱਚ ਫਿਰ ਅੱਜ ਨਵੀਆਂ ਨੌਕਰੀਆਂ ਲੈ ਕੇ ਆਂਦੀਆਂ। ਅੱਜ ਦੇਖੋ ਪੁਲਿਸ ਦੀ ਭਰਤੀ ਹੈ, ਜਿਹੜੀ ਪੰਜਾਬ ਪੁਲਿਸ ਦੀ ਭਰਤੀ ਇੱਕ ਵੱਡੇ ਲੈਵਲ ਤੇ ਹੋਣ ਜਾ ਰਹੀ ਹੈ। ਉਹਦੇ ਫਾਰਮ ਜਿਹੜੇ ਉਹ ਫਿਲ ਹੋ ਰਹੇ ਨੇ। ਇਸ ਤੋਂ ਪਹਿਲਾਂ ਅਸੀਂ ਸਫਾਈ ਕਰਮਚਾਰੀਆਂ ਨੂੰ ਪੱਕਾ ਕਰਕੇ ਹਟੇ ਹਾਂ। ਉਸ ਤੋਂ ਪਹਿਲਾਂ ਅਸੀਂ ਮੇਲੇ ਲਗਾ ਕੇ ਜਿਹੜੀ ਜੌਬ ਦਿੱਤੀਆਂ ਨੇ ਲੋਕਾਂ ਨੂੰ। ਇਹ ਸਾਡੀਆਂ ਪ੍ਰਾਪਤੀਆਂ ਹੈਗੀਆਂ ਨੇ। ਜਿਹੜੀ ਤੁਸੀਂ ਗੱਲ ਕਰਦੇ ਹੋ ਕਿ ਪੰਜਾਬ ਦੇ ਲੋਕਾਂ ਨਾਲ ਗੁਟਕਾ ਸਾਹਿਬ ਤੋਂ ਸਹੁੰ ਖਾਧੀ ਸੀ, ਇੱਕ ਨਸ਼ੇ ਦਾ ਬਹੁਤ ਵੱਡਾ ਜਾਲ ਪੰਜਾਬ ਨੂੰ ਘੇਰੀ ਬੈਠਾ ਸੀ। ਉਹਦੇ 'ਚ ਅਸੀਂ ਬਹੁਤ ਸਾਰੇ, ਸਾਡੀ ਸਰਕਾਰ ਨੇ ਪਰਚੇ ਦਿੱਤੇ ਨੇ, ਬਹੁਤ ਸਾਰੇ ਲੋਕਾਂ ਨੂੰ ਫੜ ਕੇ ਅੰਦਰ ਦਿੱਤਾ। ਠੀਕ ਹੈ, ਇਹ 100% ਖਤਮ ਨਹੀਂ ਹੋਇਆ। ਜਿਹੜਾ ਕੋਈ ਰਹਿੰਦਾ ਉਹ ਵੀ ਆਉਣ ਵਾਲੇ 6 ਮਹੀਨਿਆਂ ਤੋਂ ਪਹਿਲਾਂ ਤੁਹਾਨੂੰ ਖਤਮ ਕਰਕੇ ਕੈਪਟਨ ਸਾਹਿਬ, ਯਾਨੀ ਕਿ ਵੋਟਾਂ ਦੇ ਲਾਗੇ ਹੀ ਖਤਮ ਹੋਣਾ ਹੁੰਦਾ, ਤੇ ਜਦੋਂ ਵੋਟਾਂ ਪੈ ਜਾਂਦੀਆਂ, ਕੁਰਸੀਆਂ ਆ ਜਾਂਦੀਆਂ, ਉਸ ਤੋਂ ਬਾਅਦ ਉਹ ਸਿਸਟਮ ਫਿਰ ਉਵੇਂ ਚੱਲਣ ਲੱਗ ਜਾਂਦਾ। ਸੁਖ ਜੀ, ਹਰ ਗੱਲ ਨੂੰ ਕੰਮ ਕਰਨ ਨੂੰ ਇੱਕ ਸਿਸਟਮ ਹੁੰਦਾ, ਇੱਕ ਸਮਾਂ ਲੱਗਦਾ, ਔਰ ਉਸ ਸਮੇਂ ਦੇ ਵਿੱਚ ਜਿਹੜੇ ਪ੍ਰੋਮਿਸ ਕੀਤੇ ਹੁੰਦੇ ਨੇ ਉਹ 5 ਸਾਲ 'ਚ ਪੂਰੇ ਕਰਨੇ ਹੁੰਦੇ ਨੇ। ਔਰ ਜਦੋਂ 5 ਸਾਲ ਪੂਰੇ ਹੋਣਗੇ ਅਸੀਂ ਦੁਬਾਰਾ ਤੁਹਾਡੇ ਕੋਲੇ ਵੋਟਾਂ ਲੈਣ ਆਵਾਂਗੇ ਤਾਂ ਉਹ ਚੀਜ਼ਾਂ ਅਸੀਂ ਪੂਰੀਆਂ ਕਰਕੇ ਹੀ ਆਵਾਂਗੇ। ਕੀ ਤੁਸੀਂ ਵਿਸ਼ਵਾਸ ਦਿਵਾਉਂਦੇ ਹੋ ਉਹਨਾਂ ਲੋਕਾਂ ਨੂੰ ਜਿਨ੍ਹਾਂ ਤੋਂ ਤੁਸੀਂ ਵੋਟਾਂ ਮੰਗ ਰਹੇ ਹੋ ਕਿ ਵਾਕਈ ਉਹਨਾਂ ਦੇ ਨਾਲ ਤੁਹਾਡੀ ਸਰਕਾਰ ਜੇ ਬਣਦੀ ਆ ਤਾਂ ਉਹਨਾਂ ਦੇ ਨਾਲ ਇਨਸਾਫ ਕਰੇਗੀ, ਧੱਕਾ ਨਹੀਂ ਹੋਏਗਾ? ਮੈਂ 2 ਚੀਜ਼ਾਂ ਕਰਨੀਆਂ ਚਾਹੁੰਦਾ।
ਮਾਨਯੋਗ ਸਾਡੇ ਹਲਕੇ ਦੇ ਜਿਹੜੇ ਵੋਟਰ ਸਪੋਰਟਰ ਤੇ ਕਾਂਗਰਸ ਪਾਰਟੀ ਦੇ ਖਾਸ ਕਰਕੇ ਜਿਹੜੇ ਲੀਡਰ ਸਾਹਿਬਾਨ ਨੇ ਉਹਨਾਂ ਨੂੰ ਕਿ ਜੇ ਮੌਕਾ ਮੈਨੂੰ ਪਰਮਾਤਮਾ ਨੇ ਜਿਹੜਾ ਮੌਕਾ 2022 ਚ ਦੇਣਾ ਤੁਹਾਡੀ ਕਿਰਪਾ ਦੇ ਨਾਲ ਉਹ ਮੌਕਾ ਮਿਲ ਗਿਆ। ਪਹਿਲਾ ਪ੍ਰੋਮਿਸ ਤਾਂ ਇਹ ਹੈ ਕਿ ਇਸ ਹਲਕੇ ਦੇ ਵਿੱਚ ਮੈਂ ਨਸ਼ੇ ਨਾਂ ਦੀ ਕੋਈ ਚੀਜ਼ ਨਹੀਂ ਦਿਆਂਗਾ, ਉਸ ਨੂੰ ਮੈਂ ਖਤਮ ਕਰਾਂਗਾ ਹੀ ਕਰਾਂਗਾ। ਤੇ ਨਸ਼ੇ ਤੋਂ ਬਿਨਾਂ ਤਾਂ ਸਰਕਾਰਾਂ ਹੀ ਨਹੀਂ ਚੱਲਦੀਆਂ ਹੈਗੀਆਂ। ਠੇਕੇ ਦੀ ਗੱਲ ਕਰੀਏ, ਠੇਕੇ ਖੁੱਲ੍ਹੇ ਹੋਏ ਆ, ਸਕੂਲ ਬੰਦ ਆ, ਕਿਤੇ ਨਾ ਕਿਤੇ ਉਹਨਾਂ ਤੋਂ ਵੱਡਾ ਜਿਹੜਾ ਸਭ ਤੋਂ ਦੇਖੋ ਕੁਝ ਨਸ਼ੇ ਲੀਗਲਾਈਜ਼ ਨੇ, ਜਿਵੇਂ ਤੁਸੀਂ ਦਾਰੂ ਦੀ ਗੱਲ ਕੀਤੀ ਹੈ, ਉਹਨੂੰ ਅਸੀਂ ਬਿਲਕੁਲ ਬੰਦ ਨਹੀਂ ਕਰ ਸਕਦੇ, ਪਰ ਜਿਹੜੇ ਕੁਝ ਐਸੇ ਨਸ਼ੇ ਨੇ ਜਿਹੜੇ ਸਾਡੇ ਸਮਾਜ ਨੂੰ ਸਾਡੀ ਜਵਾਨੀ ਨੂੰ ਘੁਣ ਵਾਂਗੂ ਖਾ ਗਏ ਔਰ ਜਿਹੜਾ ਇਨਲੀਗਲ ਤਰੀਕੇ ਦੇ ਨਾਲ ਤਸਕਰ ਲੋਕ ਕਰਦੇ ਨੇ, ਮੈਂ ਉਸ ਨਸ਼ੇ ਦੀ ਗੱਲ ਕੀਤੀ ਹੈ। ਜਿਹੜੇ ਨਸ਼ੇ ਲਈ ਕੈਪਟਨ ਸਾਹਿਬ ਨੇ ਸਹੁੰ ਖਾਧੀ ਸੀ, ਉਹ ਨਸ਼ਾ ਬਿਲਕੁਲ ਜ਼ਰੂਰੀ ਆ। ਨਸ਼ਾ ਅਗਰ ਖਤਮ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਆ, ਚਾਹੇ ਕੋਈ ਵੀ ਪਾਰਟੀ ਆਉਂਦੀ ਆ, ਜਵਾਨੀ ਨੂੰ ਬਿਲਕੁਲ ਖਤਮ ਕਰ ਦਿੱਤਾ ਗਿਆ ਨਸ਼ੇ ਦੁਆਰਾ। ਦੇਖੋ ਇਹਦੇ ਪਿੱਛੇ ਤਾਂ ਬਹੁਤ ਵੱਡੀਆਂ ਸਾਜ਼ਿਸ਼ਾਂ ਨੇ, ਉਹਦੇ ਵਾਸਤੇ ਕੁਝ ਏਜੰਸੀਆਂ ਕੰਮ ਕਰਦੀਆਂ ਨੇ, ਕੁਝ ਆਰਗੇਨਾਈਜੇਸ਼ਨ ਇਹੋ ਜਿਹੀਆਂ ਕੰਮ ਕਰਦੀਆਂ ਨੇ। ਸਾਡੀ 6 ਸਟੇਟ ਹੈ, ਉਹਨੂੰ ਖਤਮ ਕਰਨ ਵਾਸਤੇ ਤਾਂ ਇਹੋ ਜਿਹੀਆਂ ਚੀਜ਼ਾਂ ਲਿਆਂਦੀਆਂ ਜਾਂਦੀਆਂ ਨੇ। ਲੇਕਿਨ ਮੈਂ ਇੱਕ ਪ੍ਰੋਮਿਸ ਕਰਦਾ ਕਿ ਮੈਂ ਆਉਣ ਵਾਲੇ 5 ਸਾਲ ਦੇ ਵਿੱਚ ਇਹ ਸਾਰੀ ਚੀਜ਼ ਨੂੰ ਖਤਮ ਕਰਾਂਗਾ। ਪਰਮਾਤਮਾ ਨੇ ਮੈਨੂੰ ਮੌਕਾ ਦਿੱਤਾ ਐਮਐਲਏ ਬਣਨ ਦਾ, ਤੇ ਮੈਂ ਕਦੇ ਵੀ ਫਿਰੋਜ਼ਪੁਰ ਦਿਹਾਤੀ ਹਲਕੇ ਦੇ ਲੋਕਾਂ ਨੂੰ ਕੰਮ ਵਾਸਤੇ ਚੰਡੀਗੜ੍ਹ ਨਹੀਂ ਆਉਣ ਦੀ ਤਕਲੀਫ ਦਿਆਂਗਾ, ਬਲਕਿ ਇੱਥੇ ਬੈਠ ਕੇ ਲੋਕਾਂ ਦੇ ਵਿੱਚ ਬੈਠ ਕੇ ਲੋਕਾਂ ਦੇ ਕੰਮ ਕਰਾਂਗਾ ਔਰ ਕਰਕੇ ਦਿਖਾਵਾਂਗਾ। ਮਤਲਬ ਤੁਸੀਂ ਇਸ਼ਾਰਾ ਇੱਕ ਕਰ ਹੀ ਦਿੱਤਾ, ਵੈਸੇ ਚੰਡੀਗੜ੍ਹ ਬਹਿ ਕੇ ਮੈਂ ਕੰਮ ਨਹੀਂ ਕਰਾਂਗਾ, ਇੱਥੇ ਲੋਕਾਂ ਦੇ ਵਿੱਚ ਕੰਮ ਕਰਾਂਗਾ। ਇਹ ਕਿ ਸੋਸ਼ਲ ਮੀਡੀਆ ਤੇ ਵੀ ਤੇ ਲੋਕ ਵੀ ਕਹਿੰਦੇ ਆ, ਤੁਸੀਂ ਵੀ ਸੁਣਦੇ ਹੋਵੋਗੇ, ਤੁਹਾਡੀ ਹੀ ਪਾਰਟੀ ਦੀ ਮੌਜੂਦਾ ਵਿਧਾਇਕਾ ਜਿਹੜੇ ਪਿਛਲੇ 4.5 ਸਾਲਾਂ ਤੋਂ ਚੰਡੀਗੜ੍ਹ ਹੀ ਬੈਠੀ ਆ, ਇਹ ਗੱਲ ਸੁਣਦੇ ਆ। ਇਹਦਾ ਮਤਲਬ ਲੱਗਦਾ ਕਿ ਪਹਿਲਾਂ ਵਾਲੇ ਜਿਹੜੀ ਵਿਧਾਇਕਾ ਉਹ ਵਾਕਿਆ ਹੀ ਲੰਬੇ ਸਮੇਂ ਤੋਂ ਉੱਥੇ ਬੈਠੀ ਹੈ ਤੇ ਜਿਹੜੇ ਲੋਕ ਆ ਉਹ ਇੱਥੇ ਕੰਮ ਦੇ ਲਈ ਤੜਫ ਰਹੇ ਆ। ਦੇਖੋ ਇਹ ਗੱਲ ਤਾਂ ਵੱਡੇ ਲੈਵਲ ਤੇ ਉੱਭਰ ਕੇ ਆਈ ਹੈ ਵੀ ਉਹਨੇ 4.5 ਸਾਲ ਜਾ ਕੇ ਲੋਕਾਂ ਦਾ ਥੈਂਕਸ ਵੀ ਨਹੀਂ ਕੀਤਾ, ਜਿਨ੍ਹਾਂ ਲੋਕਾਂ ਨੇ ਏਡੀਆਂ ਵੱਡੀਆਂ ਵੋਟਾਂ ਨਾਲ ਜਿਤਾਇਆ। ਘੱਟੋ ਘੱਟ ਉਹਨਾਂ ਦਾ ਥੈਂਕਸ ਕਰਨਾ ਤਾਂ ਬਣਦਾ ਸੀ ਨਾ। ਜੇ ਉਹਨੇ ਥੈਂਕਸ ਨਹੀਂ ਕੀਤਾ ਤੇ ਉਹ ਪਛੜੀ ਇਸ ਗੱਲ ਤੋਂ। ਲੋਕਾਂ ਨੇ ਲੱਡੂਆਂ ਨਾਲ ਤੋਲਿਆ ਸੀ, ਗਰੀਬ ਜਨਤਾ ਅਸੀਂ ਖੁਦ ਦੇਖਦੇ ਸੀ, ਸਾਡੇ ਕੈਮਰਿਆਂ ਦੇ ਉੱਪਰ ਅਸੀਂ ਉਹਨਾਂ ਦੀਆਂ ਖਬਰਾਂ ਕੀਤੀਆਂ, ਉਦੋਂ ਲੋਕਾਂ ਨੇ ਲੱਡੂਆਂ ਦੇ ਨਾਲ ਇਹਨਾਂ ਨੂੰ ਤੋਲਿਆ ਸੀ ਤੇ ਇਹਨਾਂ ਦੇ ਗਲਾਂ 'ਚ ਹਾਰ ਪਾਏ ਸੀ। ਘਰ ਘਰ ਆ ਕੇ ਗਰੀਬ ਜਨਤਾ ਇੰਨੀ ਕੁ ਖੁਸ਼ ਸੀਗੀ ਕਿ ਵਾਕਿਆ ਹੀ ਸਾਡੇ ਭਾਈਚਾਰੇ ਤੋਂ ਸਾਨੂੰ ਇੱਕ ਐਮਐਲਏ ਮਿਲੇਗੀ ਵੀ ਜਿਹਦੇ ਨਾਲ ਵਿਕਾਸ ਵਾਕਿਆ ਹੋਏਗਾ। ਲੇਕਿਨ ਇਹਨਾਂ ਨੇ ਤਾਂ ਬਾਤ ਨਹੀਂ ਪੁੱਛੀ, ਉਹਨਾਂ ਦੇ ਪਰਚੇ ਕਰਾਉਣੇ ਸ਼ੁਰੂ ਕਰਤੇ। ਕੌਨਸਟੀਟਿਊਸ਼ਨ ਦਾ ਇੱਕ ਬਹੁਤ ਵੱਡਾ ਹਿੱਸਾ ਹੈ ਕਿ 4 ਵਿਧਾਨ ਸਭਾ ਹਲਕਿਆਂ ਦੇ ਵਿੱਚੋਂ ਇੱਕ ਰਿਜ਼ਰਵ ਬੰਦੇ ਨੂੰ ਮੌਕਾ ਦਿੱਤਾ ਜਾਂਦਾ ਹੈ ਔਰ ਉਹਦੇ ਤੇ ਰਿਜ਼ਰਵ ਭਾਈਚਾਰੇ ਦੀ ਇੱਕ ਖਾਸ ਖੁਸ਼ੀ ਹੋਣਾ ਇਹ ਲਾਜ਼ਮੀ ਹੈ। ਲੇਕਿਨ ਜਦੋਂ ਉਸ ਨੁਮਾਇੰਦੇ ਨੂੰ ਮੌਕਾ ਮਿਲਦਾ ਹੈ ਤੇ ਉਹਨਾਂ ਦੇ ਨਾਲ ਵਿਚਰ ਕੇ ਦੇਖੋ, ਸਾਡੇ ਗਰੀਬ ਪਰਿਵਾਰ ਨੇ, ਜਿਹੜੇ ਸਾਡੇ ਭਾਈਚਾਰੇ ਵਾਲੇ ਲੋਕ ਨੇ, ਉਹ ਕਿੰਨੇ ਕੁ ਐਫਰਟਸ ਕਰ ਸਕਦੇ ਨੇ ਕਿ ਉਹ ਖਰਚੇ ਕਰਕੇ 5000 ਰੁਪਏ ਦਾ ਖਰਚਾ ਕਰਕੇ ਚੰਡੀਗੜ੍ਹ ਸਾਡੇ ਲਈ ਕੰਮ ਕਰਨ ਵਾਸਤੇ ਜਾਣ। ਨਾ ਕਿ ਸਾਰੇ ਵਰਗਾਂ ਨੂੰ ਇਹ ਚਾਹੀਦਾ ਹੈ ਕਿ ਸਾਰੇ ਵਰਗਾਂ ਦਾ ਕੰਮ ਅਸੀਂ ਇੱਥੇ ਬੈਠ ਕੇ ਲੋਕਾਂ ਦੇ ਵਿੱਚ ਵਿਚਰੀਏ, ਲੋਕਾਂ ਦੇ ਨਾਲ ਮਿਲੀਏ, ਸਾਡਾ ਪਿਆਰ ਵੀ ਬਣੇ ਔਰ ਲੋਕਾਂ ਦੀਆਂ ਸਾਨੂੰ ਥੱਲੇ ਤੱਕ ਜਾ ਕੇ ਰਿਐਲਿਟੀ 'ਚ ਪ੍ਰੋਬਲਮਾਂ ਸਾਹਮਣੇ ਆਉਣ, ਤਾਂ ਕਿ ਅਸੀਂ ਹਲਕੇ ਦੀ ਜਿਹੜੀਆਂ ਲੋੜਾਂ ਨੇ ਉਹਦੇ ਮੁਤਾਬਕ ਅਸੀਂ ਜਾ ਕੇ ਆਪਣੀ ਵਿਧਾਨ ਸਭਾ 'ਚ ਵੀ ਗੱਲ ਕਰ ਸਕੀਏ। ਔਰ ਜਿਹੜਾ ਕੰਮ ਚੰਡੀਗੜ੍ਹ ਦੇ ਕਿਸੇ ਅਫਸਰਾਂ ਤੋਂ ਹੋਣਾ ਹੈ ਉਹ ਅਸੀਂ ਆਪ ਆਪਣੀ ਜ਼ਿੰਮੇਵਾਰੀ ਨਾਲ ਕਰਵਾ ਕੇ ਲਈਏ। ਸਾਨੂੰ ਲੋਕਾਂ ਨੇ ਆਪਣੀ ਸੇਵਾਦਾਰ ਚੁਣਿਆ, ਇਹ ਨਹੀਂ ਕਿ ਸਾਡੇ ਉੱਤੇ ਕੋਈ ਆਣ ਕੇ ਤੇ ਡਿਕਟੇਟਰ ਬੈਠ ਜਾਵੇ ਤੇ ਜਿਹੜਾ ਆਪਣੀ ਮਰਜ਼ੀ ਨਾਲ ਸਾਨੂੰ ਚਲਾਉਣ ਦੀ ਕੋਸ਼ਿਸ਼ ਕਰੇ। ਸਰਪੰਚੀਆਂ ਦੇ ਵਿੱਚ, ਚੇਅਰਮੈਨੀਆਂ ਦੇ ਵਿੱਚ ਮੋਟੇ ਪੈਸੇ ਲੈ ਕੇ ਜਿਹੜੀਆਂ ਸਰਪੰਚੀਆਂ ਦਿੱਤੀਆਂ ਗਈਆਂ, ਇਹਦੇ 'ਚ ਕਿੰਨੀ ਕੁ ਸੱਚਾਈ ਆ? ਵੱਡੇ ਲੈਵਲ ਤੇ ਸੋਸ਼ਲ ਮੀਡੀਆ ਦੇ ਉੱਤੇ ਕੁਝ ਚੈਨਲਾਂ ਨੇ ਵੀ ਇਸ ਗੱਲ ਨੂੰ ਖਬਰ ਨੂੰ ਚੱਕਿਆ ਹੈ, ਲੇਕਿਨ ਮੈਂ ਇਸ ਗੱਲ ਦਾ ਪ੍ਰੂਫ ਇਹ ਮੰਨਦਾ ਕਿ ਜਦੋਂ ਸਾਡੇ ਟਕਸਾਲੀ ਲੋਕਾਂ ਦੀ ਔਰ ਕਾਂਗਰਸ ਦੇ ਜਿਹੜੇ ਧੜੱਲੇਦਾਰ ਵਰਕਰਾਂ ਦੀ ਅਣਦੇਖੀ ਹੋਈ ਤਾਂ ਕਿਤੇ ਨਾ ਕਿਤੇ ਕੁਛ ਇਹੋ ਜਿਹਾ ਹੈਗਾ। ਇਹ ਗੱਲ ਵਾਕਿਆ ਸਹੀ ਆ ਕਿ ਟਕਸਾਲੀ ਕਾਂਗਰਸੀਆਂ ਨੂੰ ਛੱਡ ਕੇ ਵਿਰੋਧੀ ਧਿਰ ਦੇ ਬੰਦਿਆਂ ਤੋਂ ਵੀ ਪੈਸੇ ਲੈ ਕੇ ਉਹਨਾਂ ਨੂੰ ਸਰਪੰਚੀਆਂ ਦਿੱਤੀਆਂ ਗਈਆਂ, ਪੈਸੇ ਨਾਲ, ਮੋਟੇ ਪੈਸੇ ਨਾਲ, ਤੇ ਉਹਨਾਂ ਨੂੰ ਇਗਨੋਰ ਕੀਤਾ ਗਿਆ। ਦੇਖੋ, ਜਦੋਂ ਤੁਹਾਡਾ ਆਪਣਾ ਪਰਿਵਾਰ ਦਾ ਮੈਂਬਰ ਤੁਸੀਂ ਅਵੋਇਡ ਕਰਦੇ ਹੋ, ਉਹਨੂੰ ਅੱਖੋਂ ਪਰੋਖਿਆਂ ਕੀਤਾ ਜਾਂਦਾ, ਤਾਂ ਕੋਈ ਨਾ ਕੋਈ ਗਲਤ ਇਹੋ ਜਿਹੀ ਵਿੱਚੋਂ ਨਿਕਲਦੀ ਹੈ। ਗੁੱਸਾ ਹੈ ਟਕਸਾਲੀ ਕਾਂਗਰਸੀਆਂ 'ਚ? ਬਹੁਤ ਜ਼ਿਆਦਾ ਗੁੱਸਾ ਹੈ ਜੀ, ਔਰ ਗੁੱਸਾ ਸਿਰਫ ਕੈਂਡੀਡੇਟ ਤੱਕ ਸੀਮਤ ਆ, ਪਾਰਟੀ ਨਾਲ ਕੋਈ ਗੁੱਸਾ ਨਹੀਂ। ਪਾਰਟੀ ਦੇ ਨਾਲ ਲੋਕ ਉਸੇ ਤਰ੍ਹਾਂ ਹੀ ਖੜੇ ਨੇ। ਕੀ ਲੱਗਦਾ ਕਿ ਜਿਹੜਾ ਇਹਨਾਂ ਨੇ ਸਰਪੰਚੀਆਂ ਵੇਲੇ ਜਾਂ ਚੇਅਰਮੈਨੀਆਂ ਵੇਲੇ ਇੰਨਾ ਪੈਸਾ ਇਕੱਠਾ ਕੀਤਾ, ਲੋਕਾਂ ਤੋਂ ਪੈਸਾ ਲੈ ਲੈ ਇਕੱਠਾ ਕੀਤਾ, ਕਿ ਉਹ ਲੋਕ ਖੁੱਲ੍ਹ ਕੇ ਇਹਨਾਂ ਨੂੰ ਜਵਾਬ ਦੇਣਗੇ ਇਸ ਇਲੈਕਸ਼ਨ ਦੇ ਵਿੱਚ? ਇਹ ਤਾਂ ਲੋਕ ਦੱਸਣਗੇ ਜੀ, ਜਿਨ੍ਹਾਂ ਦੇ ਨਾਲ। ਤੁਹਾਨੂੰ ਕੀ ਲੱਗਦਾ? ਤੁਸੀਂ ਵੀ ਪਿੰਡਾਂ ਦੇ ਵਿੱਚ ਰਹਿੰਦੇ ਹੋ, ਤੁਹਾਡੇ ਕੋਲੇ ਵੀ ਜਾਣਕਾਰੀ ਹੁੰਦੀ, ਤੁਸੀਂ ਵੀ ਲੀਡਰ ਹੋ। ਦੇਖੋ, ਇਹ ਤਾਂ ਚੀਜ਼ ਜਿਹੜੀ ਹੈਗੀ ਨਾ, ਜਿਸ ਬੰਦੇ ਨਾਲ ਹੋਈ ਹੁੰਦੀ ਹੈ ਉਹਦੇ ਅੰਦਰ ਕਿੰਨੀ ਕੁ ਗੁੱਸਾ ਹੈ, ਕਿੰਨੀ ਕੁ ਨਾਰਾਜ਼ਗੀ ਹੈ, ਉਹ ਕਿਸ ਤਰੀਕੇ ਨਾਲ ਆਪਣੀ ਭਾਵਨਾ ਨੂੰ ਪ੍ਰਗਟ ਕਰਦਾ, ਇਹ ਤਾਂ ਲੋਕ ਦੱਸਣਗੇ। ਇਹ ਤਾਂ ਨਹੀਂ ਕਿਤੇ ਤੁਹਾਡੇ ਤੇ ਵੀ ਇੱਕ ਡਰ ਬਣਿਆ ਹੋਇਆ ਕਿ ਤੁਸੀਂ ਮੌਜੂਦਾ ਵਿਧਾਇਕ ਨੇ, ਸਰਕਾਰ ਵੀ ਹਜੇ ਉਹਨਾਂ ਦੀ ਪਈ, ਚਾਹੇ ਤੁਹਾਡੀ ਸਰਕਾਰ ਆ, ਐਂ ਤਾਂ ਨਹੀਂ ਲੱਗਦਾ ਕਿ ਤੁਹਾਡੇ ਤੇ ਵੀ ਕੋਈ ਪ੍ਰੈਸ਼ਰ ਪੈ ਜਾਊਗਾ, ਕੋਈ ਦਬਾਅ ਪੈ ਜਾਊਗਾ ਕਿ ਤੁਸੀਂ ਮੀਡੀਆ ਦੇ ਸਾਹਮਣੇ ਗੱਲਾਂ ਕਿਉਂ ਕਹਿ ਰਹੇ ਹੋ? ਮੈਂ ਬ੍ਰਦਰ ਰੱਬ ਤੋਂ ਬਿਨਾਂ ਕਿਸੇ ਤੋਂ ਨਹੀਂ ਡਰਦਾ। ਫਿਰ ਤੁਸੀਂ ਖੁੱਲ੍ਹ ਕੇ ਕਿਉਂ ਨਹੀਂ ਦੱਸ ਰਹੇ ਕਿ ਵਾਕਈ ਸਰਪੰਚੀਆਂ ਦੇ ਵਿੱਚ ਪੈਸਾ ਚੱਲਿਆ? ਅਕਾਲ ਪੁਰਖ ਦਾ ਡਰ ਹੈ, ਉਸ ਤੋਂ ਬਿਨਾਂ ਮੈਂ ਕਿਸੇ ਤੋਂ ਨਹੀਂ ਡਰਦਾ।
ਤੇ ਜਾਂ ਮੈਂ ਡਰਦਾ ਕਿ ਮੇਰੀ ਜ਼ਮੀਰ ਕਿਤੇ ਡੋਲ ਨਾ ਜਾਵੇ, ਮੇਰੇ ਤੋਂ ਕੋਈ ਗਲਤੀ ਨਾ ਹੋਵੇ। ਇਸ ਤੋਂ ਵੱਧ ਮੈਨੂੰ ਕੋਈ ਕਿਸੇ ਦਾ ਡਰ ਨਹੀਂ। ਜਿਹੜੀ ਗੱਲ ਸੱਚੀ ਹੈ ਉਹ ਸੱਚੀ ਹੈ, ਔਰ ਲੋਕ ਉਸ ਗੱਲ ਦਾ ਜਵਾਬ ਦੇਣਗੇ। ਉਸ ਗੱਲ ਦਾ ਜਵਾਬ ਮੈਂ ਨਹੀਂ ਦੇਣਾ, ਜਿਨ੍ਹਾਂ ਦੇ ਨਾਲ ਹੋਈ ਹੈ ਜਵਾਬ ਉਹਨਾਂ ਦਾ ਹੀ ਬਣਦਾ, ਉਹ ਦੇਣਗੇ ਔਰ ਉਹ ਤਿਆਰ ਨੇ। ਮੈਡਮ ਨੂੰ ਚਾਹੀਦਾ ਸੀਗਾ ਵਿਧਾਇਕਾਂ ਨੂੰ ਕਿ ਪਿੰਡਾਂ ਦੇ ਵਿੱਚ ਆ ਕੇ ਜਿਹੜੇ ਲੋਕਾਂ ਨੇ ਵੋਟਾਂ ਪਾਈਆਂ ਸੀ ਉਹਨਾਂ ਦੇ ਕੰਮ ਕੀਤੇ ਜਾਣ, ਪਿੰਡਾਂ ਦੇ ਵਿੱਚ ਵਿਕਾਸ ਵੇਖਿਆ ਜਾਵੇ। ਪਰ ਕਿਤੇ ਨਾ ਕਿਤੇ ਉਹਨਾਂ ਦੇ ਪਤੀ ਦੇ ਵੀ ਗੱਡੀ ਅੱਗੇ ਪਾਇਲਟ ਜਿਪਸੀ ਲਾ ਕੇ ਘੁੰਮਦੇ ਰਹੇ ਆ ਲੰਮਾ ਸਮਾਂ। ਜਿੱਥੇ ਲੋਕ ਤੁਹਾਨੂੰ ਐਡਾ ਵੱਡਾ ਪਿਆਰ ਦਿੰਦੇ ਨੇ ਉੱਥੇ ਜਿਪਸੀਆਂ ਅੱਗੇ ਲਾਉਣ ਦੀ ਕੀ ਜ਼ਰੂਰਤ ਹੈ? ਸਾਡੇ ਕੋਲੇ ਵੱਡੇ ਪਿੰਡ ਮੈਂ ਤੁਹਾਨੂੰ ਦੱਸਣੇ ਚਾਹਾਂਗਾ, ਨੂਰਪੁਰ ਸਿੱਠ ਹੈ, ਸਾਡੇ ਕੋਲੇ ਵਜੀਦਪੁਰ ਹੈ, ਸਾਡੇ ਕੋਲੇ ਝੋਕ ਹੈ। ਇਹੋ ਜਿਹੇ ਪਿੰਡਾਂ ਦੇ ਵਿੱਚ ਤਾਂ ਬੰਦਾ ਇੱਕ ਦਿਹਾੜੀ ਲਾਵੇ, 1 ਮਹੀਨੇ 'ਚ ਜਾਂ 2 ਮਹੀਨਿਆਂ ਬਾਅਦ ਪ੍ਰੋਗਰਾਮ ਰੱਖ ਲਓ ਤੇ ਇੱਕ ਦਿਨ ਪੂਰਾ ਉੱਥੇ ਲੱਗਣਾ ਚਾਹੀਦਾ, ਔਰ ਬੈਠ ਕੇ ਉੱਥੇ ਲੋਕਾਂ ਦੀਆਂ ਸਮੱਸਿਆਵਾਂ ਮੌਕੇ 'ਤੇ ਹੀ ਹੱਲ ਹੋਣੀਆਂ ਚਾਹੀਦੀਆਂ। ਹੁਣ 4.5 ਸਾਲ ਸਮਾਂ ਬੀਤਣ ਤੋਂ ਬਾਅਦ ਵਾਟਰ ਕੂਲਰਾਂ ਦੀ ਸੇਵਾ ਇੱਕ ਚੱਲ ਰਹੀ ਆ, ਕੀ ਲੱਗਦਾ ਕਿ ਇਹ ਇੱਕ ਸ਼ੋਸ਼ਾ ਹੈ ਜਾਂ ਵਾਕਿਆ ਦਿਲ ਦੀ ਜਿਹੜੀ 4.5 ਸਾਲ ਪਹਿਲਾਂ ਦਿਲ 'ਤੇ ਹੱਥ ਰੱਖਿਆ ਸੀ ਕਿ ਅਸੀਂ ਸੇਵਾ ਕਰਾਂਗੇ, ਜਾਂ ਉਹ ਸੇਵਾ ਭਾਵਨਾ ਬਾਹਰ ਆ ਚੁੱਕੀ ਆ? ਦੇਖੋ, ਜਿਹੜੀ ਸਰਕਾਰ ਦੀ ਕੋਈ ਪਾਲਿਸੀ ਹੈ, ਡਿਵੈਲਪਮੈਂਟ ਆ, ਉਹਦੇ 'ਚ ਤਾਂ ਵਾਟਰ ਕੂਲਰ ਹੈ ਨਹੀਂ ਕਿਤੇ। ਕੋਈ ਆਪਣੇ ਵੱਲੋਂ ਇੰਡੀਪੈਂਡੈਂਟ ਲੋਕਾਂ ਨੂੰ ਭਰਮਾਉਣ ਵਾਸਤੇ ਕਰ ਰਿਹਾ ਤਾਂ ਉਹਦੇ ਆਪਣੀ ਮਨ ਦੀ ਸੋਚ ਹੋ ਸਕਦੀ ਹੈ। ਕਿਤੇ ਨਾ ਕਿਤੇ ਲੱਗਦਾ ਕਿ ਵੋਟਾਂ ਨੇੜੇ ਨੇ, ਇਹ ਕੁਝ ਕਰਨਾ ਚਾਹੀਦਾ। ਇਹ ਤਾਂ ਇੱਕ ਛੋਟੀ ਜੀ ਗੱਲ ਹੈ, ਇਹਦੇ ਨਾਲ ਵੋਟਰ ਨਹੀਂ ਭਰਮਾਇਆ ਜਾਂਦਾ ਤੇ ਨਾ ਹੀ ਇੰਨੀਆਂ ਛੋਟੇ ਜਿਹੇ ਲਾਲਚ। ਹੋ ਸਕਦਾ ਵੋਟਰਾਂ ਨੂੰ ਠੰਡਾ ਕੀਤਾ ਜਾਵੇ ਵਾਟਰ ਕੂਲਰ ਦੇ ਕੇ ਪਾਣੀ, ਕਿਉਂਕਿ ਗਰਮੀ ਬਹੁਤ ਆ ਨਾ, ਟੈਂਪਰੇਚਰ ਬਹੁਤ ਜ਼ਿਆਦਾ, ਪਾਣੀ ਠੰਡਾ ਦੇ ਕੇ ਵੀ ਵਾਟਰ ਕੂਲਰ 'ਚੋਂ ਪਾਣੀ ਪੀਣ ਤੇ ਵੋਟਰ ਜਿਹੜੇ ਉਹ ਠੰਡੇ ਹੋ ਜਾਣ, ਦੁਬਾਰਾ ਫਿਰ ਵੋਟਾਂ ਪਾ ਦੇਣ। ਜੇ ਸਿਰ ਦੁਖਦਾ ਹੋਵੇ ਨਾ ਤੇ ਸਿਰ ਦੁਖਦੇ ਦੀ ਗੋਲੀ ਖਾਧੀ ਜਾਂਦੀ ਹੈ। ਜੇ ਪੇਟ ਦਰਦ ਹੁੰਦੀ ਹੈ ਨਾ ਤੇ ਫਿਰ ਉਹੀ ਗੋਲੀ ਖਾਧੀ ਜਾਂਦੀ ਹੈ। ਇਹ ਨਹੀਂ ਹੁੰਦਾ ਕਿ ਪੇਟ ਦਰਦ ਦੀ ਗੋਲੀ ਖਾਓ ਤੇ ਤੁਹਾਡਾ ਜ਼ਖਮ ਠੀਕ ਹੋ ਜਾਵੇ। ਜੋ ਲੋਕਾਂ ਦੇ ਦਿਲਾਂ ਦਾ ਨਾ, ਦਿਲਾਂ ਦੇ ਅੰਦਰ ਜੋ ਗੁੱਸਾ, ਜੋ ਉਬਾਲ ਹੈ, ਉਹਨੂੰ ਤਾਂ ਉਹਨਾਂ ਦੀਆਂ ਭਾਵਨਾਵਾਂ ਸੁਣ ਕੇ ਸਮਝ ਕੇ ਹੀ ਉਹਨਾਂ ਨੂੰ ਠੰਡਿਆ ਕੀਤਾ ਜਾ ਸਕਦਾ। ਉਹਦੇ ਤੇ ਵਾਟਰ ਕੂਲਰ ਦਾ ਅਸਰ ਨਹੀਂ ਹੋ ਸਕਦਾ। ਮਤਲਬ ਸਿਰਾਂ ਦਾ ਤੁਸੀਂ ਉਹਦਾ ਇਸ਼ਾਰਾ ਕਰ ਹੀ ਦਿੱਤਾ ਕਿ ਜਿਹੜਾ ਸਿਰਾਂ ਦਾ ਦਰਦ ਆ ਉਹ ਵਾਕਿਆ ਵਧਾ ਦਿੱਤਾ ਇਹਨਾਂ ਨੇ, ਜਿਹੜੇ ਆਮ ਵੋਟਰ ਨੇ, ਜਿਹੜੇ ਪਿੰਡਾਂ ਦੇ ਵਿੱਚ ਰਹਿਣ ਵਾਲੇ। ਤੁਸੀਂ ਸੁਖ ਜੀ ਗੱਲ ਕੀਤੀ ਹੈ ਕਿ ਲੋਕ ਵਾਟਰ ਕੂਲਰ ਨਾਲ ਠੰਡੇ ਹੋ ਜਾਣਗੇ। ਜੇ ਲੋਕਾਂ ਦੇ ਅੰਦਰ ਕਿਸੇ ਗੱਲ ਦਾ ਕੋਈ ਗੁੱਸਾ, ਨਾਰਾਜ਼ਗੀ ਹੈ ਤਾਂ ਉਹ ਵਾਟਰ ਕੂਲਰ ਨਾਲ ਠੰਡਾ ਨਹੀਂ ਹੋਣ ਵਾਲਾ। ਮੇਰਾ ਕਹਿਣ ਦਾ ਮਤਲਬ ਇਹ ਸੀ ਕਿ ਸਿਰ ਦਰਦ ਦੀ ਗੋਲੀ ਖਾਣ ਨਾਲ ਤੁਹਾਡੇ ਪੈਰ ਦਾ ਜ਼ਖਮ ਨਹੀਂ ਠੀਕ ਹੋ ਸਕਦਾ। ਕਿਸ ਤਰੀਕੇ ਨਾਲ ਉਹ ਗੁੱਸਾ ਠੰਡਾ ਹੋਏਗਾ ਲੋਕਾਂ ਦਾ? ਨਹੀਂ, ਉਹ ਤਾਂ ਦੇਖੋ, ਲੋਕਾਂ ਦਾ ਗੁੱਸਾ ਤਾਂ ਜਿਹੜਾ ਠੰਡਾ ਹੋਏਗਾ, ਹੋ ਸਕਦਾ ਪਾਰਟੀ ਉਹਨਾਂ ਦਾ ਲੋਕਾਂ ਦਾ ਗੁੱਸਾ ਪਹਿਲਾਂ ਹੀ ਠੰਡਾ ਕਰ ਦੇਵੇ। ਇੱਕ ਨਵਾਂ ਸਾਫ ਸੁਥਰਾ ਕੈਂਡੀਡੇਟ ਉਹਨਾਂ ਦੇ ਸਾਹਮਣੇ ਆ ਜਾਵੇ। ਕਿੰਨੀ ਸੰਭਾਵਨਾ ਹੈ ਨਵੇਂ ਕੈਂਡੀਡੇਟ ਦੀ ਇੱਥੇ? 101% ਸੰਭਾਵਨਾ ਜੀ। ਚੇਂਜ ਕਰਨ ਦੀ ਹੈ? ਚੇਂਜ ਹੋਏਗਾ? ਬਿਲਕੁਲ ਚੇਂਜ। 101% ਚਾਂਸ ਨੇ? 101% ਚੇਂਜ ਹੋਏਗਾ। ਇਸ ਦਾ ਮਤਲਬ ਕਿ ਪਾਰਟੀ ਨੂੰ ਵੀ ਵਰਕਰ ਜਿਹੜਾ ਹੈ ਉਹ ਪਸੰਦ ਨਹੀਂ? ਨਹੀਂ, ਵਰਕਰ ਨਹੀਂ ਪਸੰਦ। ਵਰਕਰਾਂ ਦੀਆਂ ਜਿਹੜੀਆਂ ਭਾਵਨਾਵਾਂ ਨੇ, ਪਾਰਟੀ ਨੂੰ ਧਿਆਨ 'ਚ ਰੱਖ ਕੇ ਚੱਲਣਾ ਪਊਗਾ, ਔਰ ਪਾਰਟੀ ਨੂੰ ਵਰਕਰਾਂ ਦੇ ਨਾਲ, ਵਰਕਰਾਂ ਦੀ ਸਲਾਹ ਨਾਲ ਹੀ ਫੈਸਲਾ ਦੇਣਾ ਪਏਗਾ। ਅਗਰ ਉਹਦੀ ਸਲਾਹ ਨਾਲ ਫੈਸਲਾ ਨਹੀਂ ਦਿੰਦੇ ਤਾਂ ਫਿਰ ਵਰਕਰ ਨਿਰਾਸ਼ ਹੋ ਜਾਣਗੇ, ਔਰ ਉੱਥੇ ਇੱਕ ਖਦਸ਼ਾ ਵੀ ਹੈ ਕਿ ਪਾਰਟੀ ਨਾਲੋਂ ਵਰਕਰ ਟੁੱਟ ਸਕਦਾ ਹੈ। ਇੱਕ ਹੋਰ ਬਹੁਤ ਅਹਿਮ ਗੱਲ ਆ ਕਿ ਸਾਰੇ ਪੰਜਾਬ ਦੇ ਲੋਕ ਆ ਕਹਿੰਦੇ ਆ ਕਿ ਪੰਜਾਬ ਸਰਕਾਰ ਇਕੱਲੀ ਕਿਸਾਨਾਂ ਨਾਲ ਖੜੀ ਆ। ਕਹਿੰਦੇ ਆ ਸੈਂਟਰ ਸਰਕਾਰ ਜਿਹੜੀ ਆ ਉਹ ਕਿਸਾਨਾਂ ਦੇ ਨਾਲ ਨਹੀਂ ਖੜੀ, ਲੇਕਿਨ ਪਿਛਲੇ ਲੰਬੇ ਸਮੇਂ ਤੋਂ ਧਰਨੇ ਪ੍ਰਦਰਸ਼ਨ ਚੱਲ ਰਹੇ ਆ, ਹਰੇਕ ਡਿਪਾਰਟਮੈਂਟ ਵੱਲੋਂ ਚੱਲ ਰਿਹਾ। ਲੇਕਿਨ ਕੁਝ ਕੁ ਦਿਨਾਂ ਤੋਂ ਜਦੋਂ ਝੋਨੇ ਦਾ ਸੀਜ਼ਨ ਆਇਆ, ਉਦੋਂ ਤੋਂ ਜਿਹੜੇ ਕਿਸਾਨ ਆ ਉਹ ਬਿਜਲੀ ਘਰਾਂ ਦੇ ਬਾਹਰ ਬੈਠੇ ਆ, ਜਿਹੜੇ ਕਿ ਬਿਜਲੀ ਨਾ ਆਉਣ ਦੀ ਗੱਲ ਕਰਦੇ ਆ। ਪਰ ਉੱਥੇ ਕਿਸੇ ਵੀ ਅਸੀਂ ਲੀਡਰ ਨੂੰ ਨਹੀਂ ਦੇਖਿਆ, ਚਾਹੇ ਉਹ ਕਾਂਗਰਸ ਦਾ ਹੋਵੇ, ਚਾਹੇ ਉਹ ਅਕਾਲੀ ਦਲ ਦਾ ਹੋਵੇ, ਚਾਹੇ ਉਹ ਆਪ ਦਾ ਹੋਵੇ, ਕਿ ਉਹਨਾਂ ਕਿਸਾਨਾਂ ਦੇ ਵਿੱਚ ਬਹਿ ਕੇ ਉਹਨਾਂ ਨੇ ਜਿੰਦਾਬਾਦ ਮੁਰਦਾਬਾਦ ਕੀਤੀ ਹੋਵੇ ਕਿ ਅਸੀਂ ਤੁਹਾਡੇ ਨਾਲ ਖੜੇ ਹਾਂ। ਅਗਰ ਲਾਈਟ ਨਹੀਂ ਆ ਰਹੀ, ਕਿਤੇ ਨਾ ਕਿਤੇ ਸਰਕਾਰ, ਪੰਜਾਬ ਸਰਕਾਰ ਜ਼ਿੰਮੇਵਾਰ ਹੈ ਇਸ ਲਾਈਟ ਨੂੰ ਲੈ ਕੇ, ਜਾਂ ਉਹ ਲੀਡਰ ਵੀ ਜ਼ਿੰਮੇਵਾਰ ਆ ਜਿਹੜੇ ਉਹਦੇ ਨਾਲ ਨਹੀਂ ਬੈਠ ਰਹੇ? ਦੇਖੋ, ਗੱਲ ਇਹ ਹੈ, ਤੁਹਾਡਾ ਸਵਾਲ ਸੁਖ ਜੀ ਹੈਗਾ ਬਹੁਤ ਅੱਛਾ। ਤੁਸੀਂ ਗੱਲ ਕੀਤੀ ਵੀ ਕੀ ਪੰਜਾਬ ਦੀ ਜਿਹੜੀ ਸਰਕਾਰ ਹੈ, ਕਾਂਗਰਸ ਪਾਰਟੀ ਦੀ ਅਗਵਾਈ ਵਾਲੀ, ਉਹ ਕਿਸਾਨਾਂ ਦੇ ਨਾਲ ਹੈ ਜਾਂ ਨਹੀਂ ਹੈ। ਮੈਂ ਤੁਹਾਨੂੰ ਇੱਕ ਗੱਲ ਦਾਅਵੇ ਨਾਲ ਕਹਿਣਾ, ਔਰ ਇਹ ਇਕੱਲੀ ਗੱਲ ਮੈਂ ਕਹਿੰਦਾ ਹੀ ਨਹੀਂ, ਤੁਸੀਂ ਵੀ ਉਹਨੂੰ ਜਾ ਕੇ ਅੰਦਰੋਂ ਸੋਚਿਓ ਕਿ ਜੋ ਕਿਸਾਨਾਂ ਵਾਸਤੇ ਕੈਪਟਨ ਅਮਰਿੰਦਰ ਸਿੰਘ ਜੀ ਨੇ ਕੀਤਾ ਉਹ ਅੱਜ ਤੱਕ ਕੋਈ ਹੋਰ ਕਰ ਨਹੀਂ ਸਕਿਆ। ਔਰ ਸ਼ਾਇਦ ਜਿਹੜੀ ਅੱਜ ਇੱਕ ਵੱਡੀ ਇਮਤਿਹਾਨ ਦੀ ਘੜੀ ਸੀ, ਜਿੱਥੇ ਜਾ ਕੇ ਕੇਂਦਰ ਨੇ 3 ਕਾਲੇ ਕਾਨੂੰਨ ਕਿਸਾਨਾਂ ਦੇ ਖਿਲਾਫ ਲੈ ਕੇ ਆਂਦੇ ਔਰ ਕਿਸਾਨਾਂ ਦਾ ਗਲਾ ਵੱਢਿਆ, ਉੱਥੇ ਇੱਕੋ ਇੱਕ ਸਟੇਟ ਹੈ। ਸਭ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਵਿਧਾਨ ਸਭਾ ਦੇ ਵਿੱਚ ਇੱਕ ਸਪੈਸ਼ਲ ਇਜਲਾਸ ਬੁਲਾ ਕੇ ਜਿਹੜਾ ਮਤਾ ਪਾ ਕੇ ਉਹ ਗਵਰਨਰ ਨੂੰ ਭੇਜਿਆ, ਔਰ ਇਹ ਸਟੈਪ ਜਿਹੜਾ ਚੱਕਣਾ ਉਹ ਸਾਰਾ ਕੁਝ ਆਪਣਾ ਦਾਅ 'ਤੇ ਲੱਗਦਾ। ਔਰ ਇਹ ਅੱਜ ਦੀ ਗੱਲ ਨਹੀਂ, ਕੈਪਟਨ ਅਮਰਿੰਦਰ ਸਿੰਘ ਇਸ ਤੋਂ ਪਹਿਲਾਂ ਵੀ 2004 ਦੇ ਵਿੱਚ SYL ਦੇ ਮੁੱਦੇ ਦੇ ਉੱਤੇ ਇਹ ਆਪਣਾ ਜਿਹੜਾ ਸਾਰਾ ਕੁਝ ਆਪਣਾ ਦਾਅ 'ਤੇ ਲਾ ਚੁੱਕੇ ਨੇ। ਜਿਹੜੀ ਗੱਲ ਤੁਸੀਂ ਕੀਤੀ ਹੈਗੀ ਹੈ ਕਿ ਅੱਜ ਬਿਜਲੀ ਦੀ ਗੱਲ, ਦੇਖੋ ਮੌਸਮ ਇੱਕਦਮ ਕਰਵਟ ਲੈ ਗਿਆ, ਕੋਈ ਕੁਦਰਤੀ ਆਫਤ ਆਉਂਦੀ ਹੈ ਜਾਂ ਕੁਦਰਤ ਕਿਸੇ ਗੱਲ ਨੂੰ ਕਿਸੇ ਪਾਸੇ ਘੁਮਾਉਂਦੀ ਹੈ ਤੇ ਉੱਥੇ ਬੰਦੇ ਦਾ ਜ਼ੋਰ ਨਹੀਂ ਚੱਲਦਾ। ਅੱਜ ਬਿਜਲੀ ਦੀ ਮੰਗ ਹੀ ਇੰਨੀ ਵੱਧ ਗਈ, ਅੱਜ ਗਰਮੀ ਇੰਨੀ ਵੱਧ ਗਈ ਕਿ ਬਿਜਲੀ ਪੂਰੀ ਕਰਨੀ ਔਖੀ ਹੈ। ਲੇਕਿਨ ਉਹਦੇ 'ਚ ਸਭ ਤੋਂ ਵੱਡੀ ਜ਼ਿੰਮੇਵਾਰੀ ਇਹ ਸ਼੍ਰੋਮਣੀ ਅਕਾਲੀ ਦਲ ਦੀ ਬਣਦੀ ਹੈ, ਜਿਨ੍ਹਾਂ ਨੇ
ਸਮਝੌਤੇ ਕੀਤੇ ਨੇ ਥਰਮਸ ਪਲਾਂਟਾਂ ਦੇ ਨਾਲ, ਇੱਕ ਤੇ ਮਹਿੰਗੇ ਭਾਅ ਦੇ, ਇੱਕ ਉਹਨਾਂ ਦੇ ਨਾਲ ਕੋਈ ਇਹੋ ਜਿਹੀ ਸ਼ਰਤ ਨਹੀਂ ਰੱਖੀ ਕਿ ਜੇ ਤੁਹਾਨੂੰ ਅਸੀਂ ਸੈਪਟੈਂਬਰ ਮਹੀਨੇ ਦੇ ਵਿੱਚ, ਅਕਤੂਬਰ ਮਹੀਨੇ ਦੇ ਵਿੱਚ ਜਾਂ ਨਵੰਬਰ ਦਸੰਬਰ ਦੇ ਵਿੱਚ ਤੁਹਾਡਾ ਪਲਾਟ ਬੰਦ ਵੀ ਹੋਏਗਾ ਤੇ ਅਸੀਂ ਤੁਹਾਨੂੰ ਪੈਸੇ ਦਿਆਂਗੇ, ਤਾਂ ਫਿਰ ਜਦੋਂ ਸਾਨੂੰ ਜੂਨ ਜੁਲਾਈ ਦੇ ਵਿੱਚ ਜ਼ਰੂਰਤ ਪੈ ਗਈ ਤਾਂ ਫਿਰ ਲਾਈਟ ਜਿੱਥੋਂ ਮਰਜ਼ੀ ਲਿਆ ਕੇ ਦਿਓ, ਤੁਹਾਨੂੰ ਪੈਦਾ ਕਰਕੇ ਦੇਣੀ ਪਊ। ਮਤਲਬ ਗਲ ਦੇ ਵਿੱਚ ਰੱਸਾ ਸ਼੍ਰੋਮਣੀ ਅਕਾਲੀ ਦਲ ਪਾ ਗਏ ਸੀ ਤੇ ਹੁਣ ਉਹ ਰੱਸਾ ਜਿਹੜਾ ਉਹ ਟਾਈਟ ਹੋ ਗਿਆ ਤੇ ਮਰਨ ਦੀ ਕਤਾਰ ਤੇ ਖੜਾ। ਇੱਕ ਰੱਸਾ ਨਹੀਂ ਜੀ, ਤੁਸੀਂ ਇਹ ਤਾਂ ਕੱਲੀ ਬਿਜਲੀ ਸਮਝੌਤੇ ਦੀ ਗੱਲ ਕਰਦੇ ਆ। 31,000 ਕਰੋੜ ਰੁਪਏ ਜਿਹੜੇ FCI ਦੇ ਤੇ ਸੈਂਟਰ ਦੀਆਂ ਏਜੰਸੀਆਂ ਦੇ ਬਾਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਉਹਦਾ ਜਵਾਈ ਆਦੇਸ਼ ਪ੍ਰਤਾਪ ਸਿੰਘ ਕੈਰੋ ਖਾ ਗਏ ਨੇ। ਪੰਜਾਬ ਦੇ ਸਿਰ ਕਰਜ਼ਾ ਮੜ ਦਿੱਤਾ ਆਮ ਲੋਕਾਂ ਦੇ ਸਿਰ, ਔਰ 10,800 ਕਰੋੜ ਰੁਪਏ ਦੀ ਕਿਸ਼ਤ ਸਾਲਾਨਾ ਜਿਹੜੀ ਹੈਗੀ ਉਹ ਸਟੇਟ ਗਵਰਨਮੈਂਟ ਅੱਜ ਭਰਦੀ ਹੈ, ਉਹ ਸਾਡੀਆਂ ਜੇਬਾਂ 'ਚੋਂ ਜਾਂਦਾ ਹੈ। ਅਦਰਵਾਈਜ਼ ਉਹ ਪੈਸਾ ਸਾਡੇ ਡਿਵੈਲਪਮੈਂਟ ਤੇ ਲੱਗ ਸਕਦਾ ਸੀ। ਉਹ 31,000 ਕਰੋੜ ਦਾ ਵੀ ਇੱਕ ਫਾਹਾ ਸਾਡੇ ਗੱਲ ਦੇ ਵਿੱਚ ਇਹਨਾਂ ਨੇ ਪਾਇਆ। ਇਹ ਵੀ ਸੂਤਰਾਂ ਦੇ ਹਵਾਲੇ ਤੋਂ ਸਾਡੇ ਕੋਲੇ ਜਾਣਕਾਰੀ ਆਉਂਦੀ ਆ ਕਿ ਜਿਹੜਾ ਜਦੋਂ ਬਿੱਲ ਪਾਸ ਕੀਤੇ ਆ ਸੈਂਟਰ ਸਰਕਾਰ ਨੇ, ਤਿੰਨੋਂ ਕਾਨੂੰਨ ਪਾਸ ਕੀਤੇ ਆ ਖੇਤੀ ਐਕਟ, ਉਹਨਾਂ ਨੂੰ ਪਾਸ ਕਰਨ ਵੇਲੇ ਜਿਹੜੀ ਪੰਜਾਬ ਸਰਕਾਰ ਆ ਉਹਨਾਂ ਦੇ ਵੀ ਸਾਈਨ ਆ, ਉਹਨਾਂ ਨੇ ਵੀ ਹਾਮੀ ਭਰੀ ਸੀ ਕਿ ਅਸੀਂ ਇਹਨਾਂ ਦੇ ਨਾਲ ਸਹਿਮਤ ਹਾਂ। ਇਹ ਤਾਂ ਸਾਰਾ ਪ੍ਰੋਪੋਗੰਡਾ ਜੀ, ਕੁਝ ਤੁਹਾਡਾ ਪ੍ਰੋਪੋਗੰਡਾ ਹੈ, ਕੁਝ ਵਿਰੋਧੀ ਪਾਰਟੀਆਂ ਦਾ ਪ੍ਰੋਪੋਗੰਡਾ ਹੈ। ਜਿਹੜੀ ਅਸਲ ਗੱਲ ਹੈ ਕਿ ਕੇਂਦਰ ਨੇ ਜਿਹੜਾ ਬਿੱਲ ਬਣਾਇਆ ਉਹਦੇ 'ਚ ਹਰਸਿਮਰਤ ਕੌਰ ਬਾਦਲ ਸੀ ਹਿੱਸੇਦਾਰ, ਕੇਂਦਰ ਦੀ ਕੈਬਨਿਟ ਦੇ ਵਿੱਚ ਉਹ ਬੈਠੀ ਸੀ। ਪੰਜਾਬ ਨੂੰ ਉੱਥੇ ਕੌਣ ਪੁੱਛਦਾ? ਪੰਜਾਬ ਦੇ ਨਾਲ ਤਾਂ ਅੱਜ ਤੱਕ ਇੰਨਾ ਧੱਕਾ ਹੋਇਆ ਕਿ ਅੱਜ ਸਾਡਾ ਜਿਹੜਾ GST ਬਣਦਾ, ਸਾਡਾ ਜਿੰਨਾ ਵੀ ਉੱਥੋਂ ਜਿਹੜੇ ਹੱਕ ਬਣਦੇ ਨੇ ਉਹ ਸਾਰੇ ਦੇ ਸਾਰੇ ਪੈਸੇ ਉਹ ਨੱਪੀ ਬੈਠੇ। ਜਿੱਥੇ ਉਹਨਾਂ ਦੀਆਂ ਆਪਣੀਆਂ ਸਰਕਾਰਾਂ ਨੇ ਉੱਥੇ ਖੁੱਲ੍ਹ ਕੇ ਪੈਸਾ ਦੇ ਰਹੇ ਨੇ, ਸਾਨੂੰ ਸਾਡਾ ਬਣਦਾ ਹੱਕ ਵੀ ਨਹੀਂ ਦੇ ਰਹੇ। ਅੱਜ ਸਾਡਾ GST ਦਾ 10,000 ਕਰੋੜ ਤੋਂ ਜ਼ਿਆਦਾ ਪੈਸਾ ਜਿਹੜਾ ਕੇਂਦਰ ਸਰਕਾਰ ਨੱਪੀ ਬੈਠੀ ਹੈ ਔਰ ਉਹ ਸਾਨੂੰ ਦੇ ਨਹੀਂ ਰਹੀ। ਉਹ ਤਾਂ ਸਾਡਾ ਕਿਤੇ ਨਾ ਕਿਤੇ ਕੋਈ ਨਾ ਕੋਈ ਨਬਜ਼ ਲੱਭਦੇ ਰਹਿੰਦੇ ਨੇ ਜਿਹਨੂੰ ਦਬਾ ਕੇ, ਤੇ ਉਹ ਸਾਨੂੰ ਤੰਗ ਕਰਦੇ ਨੇ ਔਰ ਸਾਡੀਆਂ ਸਾਰੀਆਂ ਚੀਜ਼ਾਂ ਬੰਦ ਕੀਤੀਆਂ। ਹਰਸਿਮਰਤ ਨੇ ਜਦੋਂ ਅਸਤੀਫਾ ਦਿੱਤਾ ਸੈਂਟਰ ਨਾਲੋਂ, ਇਹਦਾ ਟੁੱਟਣ ਦਾ ਕਾਰਨ ਇਹੀ ਸੀ ਕਿ ਲੋਕ ਹੁਣ ਸਾਡਾ ਵੀ ਵਿਰੋਧ ਕਰਨਗੇ, ਕਿਤੇ ਨਾ ਕਿਤੇ ਲੱਗਦਾ ਉਹਨਾਂ ਦਾ ਵੀ ਸਾਥ ਪੂਰਾ ਸੀ ਸੈਂਟਰ ਦੇ ਨਾਲ। ਦੇਖੋ, ਬਿੱਲ ਬਣਾਉਣ ਤੱਕ, ਬਿੱਲਾਂ ਨੂੰ ਲਾਗੂ ਕਰਵਾਉਣ ਤੱਕ ਦੀ ਪੂਰੀ ਕੋਸ਼ਿਸ਼ ਸੀ। ਲਾਸਟ ਸਟੇਟਮੈਂਟ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ, ਜਿਹੜੇ ਬਜ਼ੁਰਗ ਨੇਤਾ ਨੇ ਔਰ ਸਾਡੇ ਮਾਣਯੋਗ ਵੀ ਨੇ ਕਿਉਂਕਿ ਉਹ 5 ਵਾਰੀ ਪੰਜਾਬ ਦੇ ਮੁੱਖ ਮੰਤਰੀ ਬਣੇ, ਲੋਕਾਂ ਨੇ ਉਹਨਾਂ ਨੂੰ ਮੌਕਾ ਦਿੱਤਾ, ਉਹਨਾਂ ਦੇ ਕੋਲੋਂ ਵੀ ਇੱਕ ਲਾਸਟ ਸਟੇਟਮੈਂਟ ਦਵਾਈ ਗਈ ਕਿ ਬਿੱਲ ਬਹੁਤ ਵਧੀਆ ਨੇ, ਵੀ ਸ਼ਾਇਦ ਲੋਕ ਇਹਨਾਂ ਦੇ ਆਖੇ ਲੱਗਦੇ ਨੇ ਤੇ ਭੁਲੇਖੇ 'ਚ ਪੈ ਜਾਣਗੇ। ਲੇਕਿਨ ਲੋਕਾਂ ਨੂੰ ਪਤਾ ਲੱਗ ਚੁੱਕਿਆ ਸੀ ਕਿ ਸਾਡਾ ਗੱਲ ਵੱਢਿਆ ਜਾ ਚੁੱਕਿਆ। ਔਰ ਜਦੋਂ ਲੋਕ ਇਹਨਾਂ ਦੀ ਜਿਹੜੀ ਵੱਡੀ ਸਾਰੀ ਹਵੇਲੀ ਹੈ ਬਾਦਲ ਪਿੰਡ ਦੇ ਵਿੱਚ, ਉੱਥੇ ਗੇਟ ਤੇ ਜਾ ਕੇ ਬੈਠ ਕੇ ਨੇ, ਉੱਥੇ ਇੱਕ ਕਿਸਾਨ ਨੇ ਸਲਫਾਸ ਨਿਗਲ ਲਈ ਔਰ ਉਹਦੀ ਟ੍ਰੀਟਮੈਂਟ ਵੀ ਇਹਨਾਂ ਨੇ ਕੋਸ਼ਿਸ਼ ਕੀਤੀ ਮੈਕਸ ਹਸਪੀਟਲ ਬਠਿੰਡਾ ਦੇ ਵਿੱਚ ਕਰਵਾਉਣ ਦੀ। ਤੇ ਫਿਰ ਬਾਦਲ ਸਾਹਿਬ ਨੇ ਆਪਦੇ ਨੂੰਹ ਨੂੰ ਤੇ ਪੁੱਤ ਨੂੰ ਸਮਝਾਇਆ ਕਿ ਹੁਣ ਤੁਹਾਡੇ ਕੋਲੇ ਲਾਸਟ ਮੌਕਾ, ਨਹੀਂ ਤਾਂ ਇਸ ਤੋਂ ਬਾਅਦ ਲੋਕ ਤੁਹਾਡਾ ਬਹੁਤ ਬੁਰਾ ਹਾਲ ਕਰਨਗੇ, ਤੁਹਾਨੂੰ ਘਰ ਤੋਂ ਬਾਹਰ ਨਿਕਲਣਾ ਔਖਾ ਹੋ ਜਾਏਗਾ। ਫਿਰ ਹਰਸਿਮਰਤ ਨੇ ਡਰਾਮਾ ਕੀਤਾ ਅਸਤੀਫਾ ਦੇਣ ਵਾਲਾ। ਇੰਟਰਨਲ ਲਿੰਕ ਮੈਂ ਅੱਜ ਵੀ ਮਹਿਸੂਸ ਕਰਦਾ ਕਿਉਂਕਿ ਬਾਦਲ ਸਾਹਿਬ ਨੇ ਬਾਅਦ 'ਚ ਵੀ ਇੱਕ ਸਟੇਟਮੈਂਟ ਦਿੱਤੀ ਸੀ ਓਪਨਲੀ ਕਿ ਜਦੋਂ ਤੱਕ ਮੈਂ ਜਿਉਣਾ ਘੱਟੋ ਘੱਟ ਮੇਰੇ ਲਿੰਕ ਜਿਹੜੇ ਆ ਨਾ, ਕਿਉਂਕਿ ਉਹ RSS ਦਾ ਮੈਂਬਰ ਹੈ ਤੇ ਮੇਰੇ ਲਿੰਕ ਜਿਹੜੇ ਆ BJP ਨਾਲ ਬਣੇ ਰਹਿਣੇ ਚਾਹੀਦੇ ਨੇ। ਇਹ ਸਾਰਾ ਡਰਾਮਾ ਕੀਤਾ ਉਹਨਾਂ ਨੇ। ਇਹਦੇ ਪਿੱਛੇ ਜੇ ਕਹੀਏ ਕਿ ਉਹਨਾਂ ਦੀ ਹਮਦਰਦੀ ਨਹੀਂ ਕੋਈ ਵੀ ਹੈਗੀ, ਉਹ ਤਾਂ ਸਿਰਫ ਮਗਰਮੱਛ ਦੇ ਅਥਰੂ ਨੇ, ਕਦੇ ਸੁਖਬੀਰ ਬਹਾਉਂਦਾ ਤੇ ਕਦੇ ਹਰਸਿਮਰਤ ਬਹਾਉਂਦੀ ਹੈ। ਮੇਰਾ ਲਾਸਟ ਸਵਾਲ ਆ, ਤੁਹਾਡੀ ਸਰਕਾਰ ਨੂੰ, ਕਾਂਗਰਸ ਸਰਕਾਰ ਨੂੰ ਲੋਕ ਵੋਟ ਕਿਉਂ ਦੇਣ? ਵਿਕਾਸ ਦੇ ਨਾਂ ਤੇ ਕੰਮ ਕੀਤੇ ਨੇ ਅਸੀਂ। ਕੀ ਕੁਝ ਕੁ ਦੱਸੋ। ਕੁਝ ਕੁ ਦੱਸਾਂ ਤੁਹਾਨੂੰ। ਸਭ ਤੋਂ ਪਹਿਲਾਂ ਤਾਂ ਕਿਸਾਨੀ ਦਾ ਦੇਖੋ ਤੁਸੀਂ ਕਿੰਨਾ ਵੱਡਾ ਕੰਮ ਕੀਤਾ ਹੈ। ਉਸ ਤੋਂ ਬਾਅਦ ਆਪਾਂ ਡਿਵੈਲਪਮੈਂਟ ਦੀ ਗੱਲ ਕਰਦੇ ਹਾਂ, ਤੁਸੀਂ ਪਿੰਡਾਂ 'ਚ ਜਾ ਕੇ ਦੇਖੋ ਕਿੰਨੀਆਂ ਗਲੀਆਂ ਦੇ ਕਿੰਨੇ ਕੰਮ ਹੋਏ ਨੇ। ਸਕੂਲ ਦੇਖੋ ਤੁਸੀਂ ਕਿੰਨੇ ਅੱਛੇ ਬਣਾ ਦਿੱਤੇ ਨੇ। ਤੁਹਾਨੂੰ ਪਤਾ ਹੈ ਗਵਰਨਮੈਂਟ ਆਫ ਇੰਡੀਆ ਦੇ ਇੰਡੈਕਸ ਦੇ ਵਿੱਚ ਅੱਜ ਤੱਕ 1 ਨੰਬਰ ਦੇ ਉੱਤੇ A+ ਗ੍ਰੇਡ ਜਿਹੜਾ ਹੈਗਾ ਉਹ ਕੇਰਲਾ ਲੈ ਕੇ ਆਉਂਦਾ ਸੀ। ਅੱਜ ਪੰਜਾਬ A++ ਗ੍ਰੇਡ ਲੈ ਕੇ ਉੱਥੇ ਆਇਆ। ਔਰ ਦੂਸਰੀ ਗੱਲ, ਜਿਹੜਾ ਸੂਬਾ ਸਾਡਾ ਅਕਾਲੀ BJP ਦੇ ਗੱਠਜੋੜ ਦੇ ਸਰਕਾਰ ਵੇਲੇ 17ਵੇਂ ਨੰਬਰ ਤੇ ਹੋਇਆ ਕਰਦਾ ਸੀਗਾ ਜਿਹੜਾ ਨੀਤੀ ਆਯੋਗ ਦਾ ਇੰਡੈਕਸ ਹੈ। ਤੇ ਜਿਹੜਾ ਸਟੇਟ ਗਵਰਨਮੈਂਟ ਦੇ ਜਦੋਂ ਭੁਪਿੰਦਰ ਸਿੰਘ ਹੁੱਡਾ ਜੀ ਹੁੰਦੇ ਸੀ ਹਰਿਆਣਾ ਦੇ ਮੁੱਖ ਮੰਤਰੀ, ਤਾਂ ਉਦੋਂ ਉਹ ਕਦੇ 12ਵੇਂ ਨੰਬਰ ਤੇ ਹੋਇਆ ਕਰਦਾ ਸੀ। ਅੱਜ ਉਹ 14ਵੇਂ ਨੰਬਰ ਤੇ ਆਇਆ। ਔਰ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਦੇ ਜਿਹੜੇ 4 ਸਾਲ ਦੇ ਕੰਮ ਨੇ, ਉਹਦੀ ਡਿਵੈਲਪਮੈਂਟ ਤੇ ਅਸੀਂ 13ਵਾਂ ਸਥਾਨ ਪ੍ਰਾਪਤ ਕੀਤਾ ਹੈ। ਇਹ ਗਵਰਨਮੈਂਟ ਆਫ ਇੰਡੀਆ ਦਾ ਨੀਤੀ ਆਯੋਗ ਦਾ ਇੰਡੈਕਸ ਬੋਲਦਾ ਹੈ। ਮੈਂ ਤੁਹਾਨੂੰ ਕੋਈ ਆਪਣੇ ਕੋਲੋਂ ਝੂਠ ਨਹੀਂ ਬੋਲ ਰਿਹਾ। ਆਮ ਆਦਮੀ ਪਾਰਟੀ ਵੀ ਇੱਕਦਮ ਕੁੱਦ ਕੇ ਵਿੱਚ ਆ ਗਈ ਆ। ਮੁੱਦਾ ਬਣਾਇਆ ਜਾ ਰਿਹਾ ਕਿਉਂਕਿ ਕਿਸਾਨ ਦੁਖੀ ਨੇ ਲਾਈਟ ਤੋਂ, ਬਿਜਲੀ ਦਾ ਮੁੱਦਾ ਬਣਾ ਕੇ ਉਹ ਵਿੱਚ ਕੁੱਦ ਚੁੱਕਿਆ। ਕੱਲ੍ਹ ਇੱਕ ਸਟੇਟਮੈਂਟ ਕੈਪਟਨ ਅਮਰਿੰਦਰ ਸਿੰਘ ਨੇ ਫਿਰ ਦੁਬਾਰਾ ਦਿੱਤੀ ਆ ਉਹਨਾਂ ਨੂੰ ਬਿਜਲੀ ਨੂੰ ਲੈ ਕੇ। ਕੀ ਲੱਗਦਾ ਉਹਨਾਂ ਦਾ ਕਿੰਨਾ ਕੁ ਰੋਲ ਰਹੇਗਾ? ਦੇਖੋ, ਜਿਹੜੀ ਪੰਜਾਬ ਸਟੇਟ ਆ ਇਹ ਕਿਸਾਨਾਂ ਦੀ ਸਟੇਟ ਹੈ। ਐਗਰੀਕਲਚਰ ਦੇ ਉੱਤੇ ਸਾਡਾ ਸਾਰਾ ਕੁਝ ਨਿਰਭਰ ਕਰਦਾ ਹੈ। ਔਰ ਜਿਹੜੇ 3 ਕਾਲੇ ਕਾਨੂੰਨ ਕੇਂਦਰ ਦੀ ਸਰਕਾਰ ਲੈ ਕੇ ਆਈ ਹੈ, ਉਹਨੂੰ ਸਭ ਤੋਂ ਪਹਿਲਾਂ
ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਵਿੱਚ ਲਾਗੂ ਕੀਤਾ, ਇੰਪਲੀਮੈਂਟ ਕੀਤਾ ਹੈ ਔਰ ਪੰਜਾਬ ਨੇ ਉਹਦੇ ਖਿਲਾਫ ਮਤਾ ਪਾਇਆ। ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਆ, ਉੱਥੇ ਆਮ ਆਦਮੀ ਪਾਰਟੀ ਦੀ ਸਰਕਾਰ। ਜੇ ਉਹਨਾਂ ਨੇ ਉੱਥੇ ਇੰਪਲੀਮੈਂਟ ਕੀਤਾ, ਜੇ ਪੰਜਾਬ 'ਚ ਹੁੰਦੇ ਤਾਂ ਕੀ ਇੱਥੇ ਨਾ ਕਰਦੇ? ਅੱਜ ਤੱਕ ਤਾਂ ਸਾਰਾ ਕੁਝ ਖਤਮ ਹੋ ਜਾਣਾ ਸੀ ਜੇ ਹੁੰਦੇ ਤਾਂ। ਲੋਕ ਉਹ ਮਾਰਦੇ ਨੇ ਝੂਠੀਆਂ ਗੱਲਾਂ। ਦੇਖੋ ਸਵੇਰੇ ਅਨਾਉਂਸਮੈਂਟ ਕਰਦਾ ਹੈ ਕੇਜਰੀਵਾਲ ਕਿ ਮੈਂ 300 ਯੂਨਿਟ ਤੱਕ ਜਿਹੜੀ ਬਿਜਲੀ ਉਹ ਫ੍ਰੀ ਦਿਆਂਗਾ, ਔਰ ਦੁਪਹਿਰ ਤੋਂ ਬਾਅਦ ਜਦੋਂ ਪ੍ਰੈਸ ਕਾਨਫਰੰਸ 'ਚ ਬਹਿੰਦਾ ਤੇ ਫਿਰ ਕਹਿੰਦਾ ਜੀ 301 ਯੂਨਿਟ ਵੀ ਹੋ ਗਈ ਤੇ ਸਾਰੀ ਦਾ ਹੀ ਬਿੱਲ ਪੈ ਜਾਏਗਾ। ਇਹ ਬਿਜ਼ਨਸਮੈਨ ਵਾਲੀਆਂ ਗੱਲਾਂ ਨੇ। ਤੁੱਕਾ ਮਾਰ ਗਿਆ ਸੀ ਸਟਾਰਟਿੰਗ ਤੇ ਆ ਕੇ। ਬਿਲਕੁਲ ਉਹਨੇ ਪਹਿਲਾਂ ਵੀ ਝੂਠ ਬੋਲਿਆ, ਬਾਅਦ 'ਚ ਵੀ ਝੂਠ ਬੋਲਿਆ, ਔਰ ਸਭ ਤੋਂ ਵੱਡੀ ਉਹਦੀ ਨਲਾਇਕੀ ਇਹ ਹੈ ਕਿ ਅੱਜ ਉਸ ਬੰਦੇ ਨੇ ਸਭ ਤੋਂ ਪਹਿਲਾਂ ਬਿਕਰਮਜੀਤ ਸਿੰਘ ਮਜੀਠੀਏ ਤੋਂ ਮਾਫੀ ਮੰਗੀ ਹੈ, ਜਿਹੜੇ ਬੰਦੇ ਨੇ ਸਾਡੇ ਪੰਜਾਬ ਦੀ ਜਵਾਨੀ ਨੂੰ ਚਿੱਟੇ ਦੇ ਵਿੱਚ ਧੱਕਿਆ ਔਰ ਖਤਮ ਕੀਤਾ। ਉਹ ਤਾਂ ਕਹਿੰਦੇ ਆ ਜੇ ਪੰਜਾਬ ਨੂੰ ਬਚਾਉਣਾ ਰਾਹ ਹੀ ਇੱਕ ਆਮ ਆਦਮੀ ਪਾਰਟੀ ਜੇ ਨਾਲ ਲੈ ਕੇ ਆਉਂਗੇ ਪੰਜਾਬ ਤਾਂ ਬਚ ਹੀ ਨਹੀਂ ਸਕਦਾਗਾ। ਪੰਜਾਬ ਦੇ ਵਿੱਚ ਤਾਂ ਆਮ ਆਦਮੀ ਪਾਰਟੀ ਦਾ ਜਿਹੜਾ ਆਉਣਾ, ਇਹ ਸਿਆਣੇ ਲੋਕ ਸੋਚ ਰਹੇ ਨੇ ਕਿ ਬਹੁਤ ਜ਼ਿਆਦਾ ਘਾਤਕ ਹੈ, ਕਿਉਂਕਿ ਉਹ ਆਰਐਸਐਸ ਦੀ ਬੀ ਟੀਮ ਹੈ ਔਰ ਆਰਐਸਐਸ ਨੂੰ ਪਤਾ ਹੈ ਕਿ ਮੇਰੀ ਜਿਹੜੀ ਬੀਜੇਪੀ ਉਹ ਜੋ ਬਹੁਤ ਜਲਦ ਖਤਮ ਹੋਣ ਜਾ ਰਹੀ ਹੈ, ਤੇ ਉਹਨੇ ਨਾਲ ਦੀ ਨਾਲ ਇੱਕ ਆਪਣੀ ਨਵੀਂ ਪਾਰਟੀ ਸ਼ੁਰੂ ਕਰ ਦਿੱਤੀ। ਔਰ ਵੈਸੇ ਵੀ ਉਹਨਾਂ ਨੂੰ ਪਤਾ ਕਿ ਪੰਜਾਬ 'ਚ ਸਾਡੇ ਉਵੇਂ ਪੈਰ ਨਹੀਂ ਲੱਗਣੇ। ਹੋ ਸਕਿਆ ਜੇ ਕੋਈ ਦਾਅ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਅਰਵਿੰਦ ਕੇਜਰੀਵਾਲ ਰਾਹੀਂ ਕਰਨਗੇ, ਪਰ ਪੰਜਾਬ ਦੇ ਲੋਕ ਬਹੁਤ ਸਿਆਣੇ ਨੇ, ਸਮਝਦਾਰ ਨੇ। ਉਹ ਕਦੇ ਵੀ ਆਮ ਆਦਮੀ ਪਾਰਟੀ ਨੂੰ ਨਾ ਮੂੰਹ ਉਹਨਾਂ ਨੇ ਲਾਇਆ ਨਾ ਲਾਉਣਗੇ। ਉਹਨਾਂ ਦਾ ਖੇਲ ਜਿਹੜਾ 17 'ਚ ਖਤਮ ਹੋ ਚੁੱਕਿਆ ਹੈ। ਵੋਟਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਦੇ ਜਿਹੜੇ ਵਰਕਰ ਆ ਉਹ ਬਹੁਤ ਵੱਧ ਚੜ ਕੇ ਕੰਮ ਕਰ ਰਹੇ ਨੇ ਪਿੰਡਾਂ ਦੇ ਵਿੱਚ, ਇੱਕ ਦੂਜੇ ਨਾਲ ਅੱਗੇ ਜਾ ਕੇ ਕੰਮ ਕਰ ਰਹੇ ਨੇ। ਲੇਕਿਨ ਸ਼੍ਰੋਮਣੀ ਅਕਾਲੀ ਦਲ ਜਿਹੜੀ ਪਾਰਟੀ ਆ ਉਹਨਾਂ ਦੀ ਬਿਲਕੁਲ ਵੀ ਐਕਟੀਵਿਟੀ ਨਹੀਂ। ਕੀ ਲੱਗਦਾ ਉਹਨਾਂ ਦਾ ਕੀ ਧਮਾਕਾ ਹੈ? ਧਮਾਕਾ ਕੋਈ ਨਹੀਂ ਹੈਗਾ। ਐਕਚੁਅਲ ਕੀ ਹੈਗਾ ਕਿ ਉਹਨਾਂ ਦੀ ਲੋਕਾਂ ਦੇ ਵਿੱਚ ਸ਼ਾਖ ਇੰਨੀ ਖਤਮ ਹੋ ਚੁੱਕੀ ਹੈ, ਲੋਕ ਉਹਨਾਂ ਦੇ ਗਲ ਪੈਂਦੇ ਨੇ। ਤੇ ਆਮ ਆਦਮੀ ਪਾਰਟੀ ਦੇ ਵਿੱਚ ਕੁਝ ਸਾਡੇ ਜਿਹੜੇ ਭੋਲੇ ਭਲੇ ਮਾਨਸ ਕੁਝ ਲੋਕ ਨੇ, ਭੋਲੇ ਭਾਲੇ, ਜਿਹੜੇ ਨਵੇਂ ਸਿਰਿਓਂ ਛੇਤੀ ਲੀਡਰ ਬਣਨ ਦੀ ਚਾਹ 'ਚ ਆਪਣਾ ਘਰ ਉਜਾੜ ਰਹੇ ਨੇ, ਖਰਚਾ ਕਰ ਰਹੇ ਨੇ ਤੇ ਭੱਜ ਰਹੇ ਨੇ ਵੀ ਹੋ ਸਕਦਾ ਅਸੀਂ ਛੇਤੀ ਲੀਡਰ ਬਣ ਜਾਈਏ, ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਪਰਦੇ ਦੇ ਪਿੱਛੇ ਕੀ ਹੋਣ ਵਾਲਾ। ਬੇਅਦਬੀ ਵਾਲਾ ਮੁੱਦਾ ਕਿਸ ਤਰ੍ਹਾਂ ਰਹੇਗਾ ਇਹਨਾਂ ਚੋਣਾਂ ਦੇ ਵਿੱਚ? ਦੇਖੋ ਚੋਣਾਂ ਤੋਂ ਪਹਿਲਾਂ ਬੇਅਦਬੀ ਦਾ ਜਿਹੜਾ ਮੁੱਦਾ ਹੈ ਉਹਦਾ ਹੱਲ ਹੋਏਗਾ, ਔਰ ਮੈਂ ਇਸ ਗੱਲ ਨੂੰ ਮਹਿਸੂਸ ਕਰਦਾ ਕਿ ਸਾਡੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਸਾਡੇ ਬਾਪ ਨੇ, ਸਾਡੇ ਰੱਬ ਨੇ, ਸਾਡਾ ਸਭ ਕੁਝ ਹੈ। ਜੇ ਅਸੀਂ ਉਹਨਾਂ ਨੂੰ ਇਨਸਾਫ ਨਾ ਦਵਾ ਸਕੇ, ਉਹਨਾਂ ਦੀ ਖਾਤਰ ਅਸੀਂ ਜੇ ਉਹਨਾਂ ਦੇ ਕਾਤਲਾਂ ਨੂੰ ਅਸੀਂ ਅੰਦਰ ਨਾ ਦੇ ਸਕੇ, ਤਾਂ ਫਿਰ ਸਾਡੀ ਜਿਹੜੀ ਜ਼ਿੰਦਗੀ ਹੈਗੀ ਨਾ, ਸਾਡੀ ਸਿਆਸਤ ਸਾਡੀ ਜ਼ਿੰਦਗੀ 'ਚ ਕੋਈ ਅਹਿਮੀਅਤ ਨਹੀਂ ਰੱਖਦੀ। ਤੇ ਕਿੰਨਾ ਸਮਾਂ ਤਾਂ ਮਿਲਿਆ ਸੀਗਾ ਉਹਨਾਂ ਨੂੰ ਇਨਸਾਫ ਦਿਵਾਉਣ ਦੇ ਲਈ, ਲੇਕਿਨ ਕਿੰਨੇ ਲੰਬੇ ਸਮੇਂ ਤੋਂ ਬਾਅਦ ਜਾ ਕੇ ਕਲੀਨ ਚਿੱਟਾਂ ਵੀ ਦੇ ਦਿੱਤੀਆਂ ਬਹੁਤ ਸਾਰੀਆਂ। ਕੋਈ ਕਲੀਨ ਚਿੱਟ ਨਹੀਂ ਕਿਸੇ ਨੂੰ ਦਿੱਤੀ। ਬਹੁਤ ਸਾਰੀਆਂ ਕਾਨੂੰਨੀ ਨੁਕਤੇ ਹੁੰਦੇ ਨੇ, ਅੜਚਲਾਂ ਹੁੰਦੀਆਂ ਨੇ ਜਦੋਂ ਅਸੀਂ ਕਿਸੇ ਨੂੰ ਘੇਰਨ ਦੀ ਕੋਸ਼ਿਸ਼ ਕਰਦੇ। ਦੇਖੋ ਇੱਕ 302 ਦਾ ਮੁਜਰਮ ਹੁੰਦਾ, ਉਹ ਵੀ ਤਾਂ ਆਪਣਾ ਵਕੀਲ ਖੜਾ ਕਰਕੇ ਕੋਸ਼ਿਸ਼ ਕਰਦਾ ਨਾ ਐਂਡ ਤੱਕ ਲੜਾਈ ਲੜਨ ਦੀ। ਪ੍ਰਕਾਸ਼ ਸਿੰਘ ਬਾਦਲ ਨੇ ਸੇਮ ਐਵੇਂ ਕੀਤਾ। ਜਾਂਦੇ ਜਾਂਦੇ ਨੇ ਉਹਨੇ ਜਿਹੜੇ ਕੇਸ ਸੀ ਉਹ CBI ਨੂੰ ਦੇਤੇ। 2.5-3 ਸਾਲ ਸਾਡੇ CBI ਨੇ ਖਰਾਬ ਕਰਾ ਦਿੱਤੇ। ਉਸ ਤੋਂ ਬਾਅਦ ਹਾਈ ਕੋਰਟ ਦੇ ਰਾਹੀਂ ਉਹਨਾਂ ਨੇ ਇੱਕ ਹੌਲਦਾਰ ਤੋਂ ਇੱਕ ਰਿਟ ਪਵਾ ਕੇ, ਤੇ ਜਿਹੜਾ ਉੱਥੇ ਇੱਕ ਜਿਹੜਾ ਜੱਜ ਸੀਗਾ ਹਾਈ ਕੋਰਟ ਦੇ ਵਿੱਚ ਜਿਹਨੇ ਫੈਸਲਾ ਦਿੱਤਾ, ਪਹਿਲੀ ਗੱਲ ਤਾਂ ਇਹ ਫੈਸਲਾ ਸਿੰਗਲ ਬੈਂਚ ਦੇ ਨਹੀਂ ਸੀ ਸਕਦਾ। ਉਹ ਜੱਜ ਹੈ ਜਿਹੜਾ ਉਹ ਕਦੇ ਚੌਟਾਲਿਆਂ ਦਾ ਜਿਹੜਾ ਐਡਵੋਕੇਟ ਜਨਰਲ ਹੁੰਦਾ ਸੀ ਉਹਦੇ ਉਹ ਅੰਡਰ ਰਿਹਾ, ਔਰ ਐਡਵੋਕੇਟ ਜਨਰਲ ਜਿਹੜਾ ਚੌਟਾਲਿਆਂ ਦਾ ਉਸੇ ਨੇ ਕੇਸ ਲੜਿਆ, ਔਰ ਉਹਨਾਂ ਨੇ ਇਹਦੇ ਉੱਤੇ ਜਿਹੜੀ ਵੀ ਗੱਲ ਕੀਤੀ ਉਹਨੂੰ ਅਸੀਂ ਪੰਜਾਬ ਸਰਕਾਰ ਬਹੁਤ ਜਲਦੀ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਕਰ ਰਹੀ ਹੈ। ਔਰ ਸੈਕਿੰਡ ਉਹਨਾਂ ਨੇ ਦੂਸਰੀ ਸਿੱਟ ਬਣਾ ਦਿੱਤੀ ਹੈ ਜਿਹੜੀ ਤੁਹਾਨੂੰ ਆਉਣ ਵਾਲੇ 2 ਮਹੀਨਿਆਂ ਤੋਂ ਪਹਿਲਾਂ ਫੈਸਲਾ ਕੱਢ ਕੇ ਦੇ ਦੇਗੀ। ਇਸ ਦਾ ਮਤਲਬ ਇਸ ਵਾਰ ਵੀ ਚੋਣਾਂ ਤੇ ਜਿਹੜਾ ਬੇਅਦਬੀ ਵਾਲਾ ਮੁੱਦਾ ਉਹ ਅਹਿਮ ਰਹੇਗਾ। ਇਹਨੂੰ ਲੈ ਕੇ ਹੀ ਸ਼ਾਇਦ ਐਤਕੀ ਚੋਣਾਂ ਲੜੀਆਂ ਜਾਣਗੀਆਂ। ਨਹੀਂ, ਚੋਣਾਂ ਇਹਨੂੰ ਲੈ ਕੇ ਨਹੀਂ ਲੜੀਆਂ ਜਾਣਗੀਆਂ, ਇਹਦਾ ਫੈਸਲਾ ਕਰਕੇ ਲੜੀਆਂ ਜਾਣਗੀਆਂ। ਸ਼ੋਰ ਹੋ ਤੁਸੀਂ ਇਸ ਗੱਲ ਤੇ? ਬਿਲਕੁਲ, ਮੈਂ ਪੂਰੇ ਵਿਸ਼ਵਾਸ ਨਾਲ ਕਹਿਣਾ ਕਿ ਇਹਦਾ ਅਸੀਂ ਫੈਸਲਾ ਕਰਕੇ ਹੀ ਚੋਣਾਂ ਲੜਾਂਗੇ। ਵਾਕਿਆ ਜਿਹੜੇ ਪਾਪੀ ਨੇ ਜਿਨ੍ਹਾਂ ਨੇ ਕੰਮ ਕੀਤਾ ਉਹਨਾਂ ਨੂੰ ਸਜ਼ਾ ਮਿਲੇਗੀ? ਮੈਂ ਇਸ ਗੱਲ ਨੂੰ ਮਹਿਸੂਸ ਕਰਦਾ ਕਿ ਹੁਣ ਤੱਕ ਲੇਟ ਕਿਉਂ, ਪਰ ਜਿਹੜਾ ਕਾਨੂੰਨੀ ਰਸਤਾ ਉਹਦੇ ਮੁਤਾਬਕ ਪੱਕੇ ਤਰੀਕੇ ਨਾਲ ਅੰਦਰ ਜਾਣਗੇ ਔਰ ਇਹ ਫੈਸਲਾ ਹੋ ਕੇ ਰਹੇਗਾ। ਬਿਲਕੁਲ, ਬਹੁਤ ਬਹੁਤ ਧੰਨਵਾਦ ਜੀ। ਇਹ ਸਨ ਸਾਡੇ ਨਾਲ ਅਮਰਜੀਤ ਸਿੰਘ ਘਾਰੂ, ਜੋ ਕਿ ਫਿਰੋਜ਼ਪੁਰ ਦਿਹਾਤੀ ਤੋਂ ਆਪਣੀ ਟਿਕਟ ਦਾ ਦਾਅਵਾ ਕਰ ਰਹੇ ਨੇ ਕਿ ਕਾਂਗਰਸ ਪਾਰਟੀ ਮੈਨੂੰ ਟਿਕਟ ਦੇਵੇ ਤੇ ਮੈਂ ਜਿਹੜਾ ਵਿਕਾਸ ਆ ਆਪਣੇ ਫਿਰੋਜ਼ਪੁਰ ਦਿਹਾਤੀ ਹਲਕੇ ਦਾ ਵਧੀਆ ਤਰੀਕੇ ਨਾਲ ਕਰਾਂ ਅਤੇ ਲੋਕਾਂ ਦੀ ਸੇਵਾ ਕਰਾਂ। ਕਿਤੇ ਨਾ ਕਿਤੇ ਹੋਰ ਵੀ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਨੇ ਕਿ ਜਿਹੜੀ ਮੌਜੂਦਾ ਵਿਧਾਇਕਾ ਹੈ ਉਹ ਵੀ ਇਹਨਾਂ ਦੀ ਪਾਰਟੀ ਦੇ ਨੇ, ਪਰ ਲੋਕ ਜਿਹੜੇ ਨੇ ਉਹਨਾਂ ਨੂੰ ਪਸੰਦ ਨਹੀਂ ਕਰਦੇ, ਕਿਉਂਕਿ 4.5 ਸਾਲਾਂ ਦੇ ਵਿੱਚ ਜਿਹੜਾ ਉਹਨਾਂ ਨੇ ਕਾਰਜਕਾਲ ਉਹਨਾਂ ਨੂੰ ਮਿਲਿਆ, ਸਮਾਂ ਮਿਲਿਆ ਕੰਮ ਕਰਨ ਲਈ, ਉਹਦੇ 'ਚੋਂ ਖਰੇ ਨਹੀਂ ਉਤਰੇ। ਲੋਕ ਵੀ ਕਹਿੰਦੇ ਨੇ ਤੇ ਘਾਰੂ ਸਾਹਿਬ ਨੇ ਵੀ ਸਾਨੂੰ ਇਹਦੇ ਬਾਰੇ ਕੁਝ ਕੁ ਹਿੰਟਸ ਦਿੱਤੇ ਨੇ। ਸਮਾਂ ਦੱਸੇਗਾ ਆਉਣ ਵਾਲਾ। ਦਾਅਵੇ ਹਰ ਇੱਕ ਪਾਰਟੀ ਕਰ ਰਹੀ ਆ, ਆਮ ਆਦਮੀ ਪਾਰਟੀ ਵੀ,
ਅਕਾਲੀ ਦਲ ਪਾਰਟੀ ਦੇ ਲੀਡਰ ਵੀ ਔਰ ਕਾਂਗਰਸ ਪਾਰਟੀ ਦੇ ਲੀਡਰ ਵੀ ਜਿਹੜੇ ਦਾਅਵੇ ਕਰ ਰਹੇ ਨੇ ਕਿ ਸਾਡੀ ਸਰਕਾਰ ਬਣੇਗੀ, ਸਾਡੀ ਸਰਕਾਰ ਬਣੇਗੀ। ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਕਿਸ ਦੀ ਸਰਕਾਰ ਬਣੇਗੀ, ਜਾਂ ਜਿਹੜੇ ਲੋਕ ਨੇ ਉਹ ਇਸੇ ਤਰ੍ਹਾਂ ਹੀ ਸਰਕਾਰਾਂ ਨੂੰ ਵੋਟਾਂ ਪਾਉਂਦੇ ਰਹਿਣਗੇ, ਸਰਕਾਰਾਂ ਆਪਣੀਆਂ ਮਨਮਰਜ਼ੀਆਂ ਉਸੇ ਤਰ੍ਹਾਂ ਹੀ ਕਰਦੀ ਰਹੇਗੀ। ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਫਿਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸਿੰਘ ਸੁੱਖ ਦੀ ਲਾਈਵ ਰਿਪੋਰਟ।